ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਪਰਤਖ ਦੇਹ ਪਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਣੰ ਸਤਿਗੁਰ ਗੁਰ ਸੇਵੋ ਅਲਖ ਗਤ ਜਾ ਕੀ ਸ੍ਰੀ ਰਾਮਦਾਸੋ ਤਾਰਨ ਤਰਣੰ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਨੇ ਹਾਜ਼ਰੀਨ ਹੋ ਕੇ ਤੁਰਕੀ ਬਾਣੀ ਦਾ ਫੁਰਮਾਨ ਗੁਰੂ ਪਾਤਸ਼ਾਹ ਜੀ ਦੇ ਦਰ 'ਤੇ ਸਰਵਣ ਕੀਤਾ ਹੈ। ਆਓ ਇਸ ਅਗੰਮੀ ਫੁਰਮਾਨ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆ ਭਰ ਭਰੇ ਪਾਇਓ ਅਪਾਰ ਰਿੱਧ ਅੰਤਰ ਧਾਰਿਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ 1397 ਅੰਗ ਉੱਪਰ ਇਹ ਸਵਈਆ ਦਰਜ ਹੈ। ਭੱਟ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਨੇ। ਕਹਿੰਦੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੋ ਪਰਮੇਸ਼ਵਰ ਪਰਮਾਤਮਾ ਸਖਣਿਆਂ ਨੂੰ ਭਰਨ ਵਾਲਾ ਹੈ, ਜਿਹੜੇ ਰਿਦੇ ਅੰਤਹਿਕਰਨ ਨਾਮ ਤੋਂ ਖਾਲੀ ਨੇ ਲਬਾ ਲਬ ਭਰ ਦਿੰਦਾ ਹੈ, ਜਿਹੜੀਆਂ ਝੋਲੀਆਂ ਮਾਇਆ ਤੋਂ ਸਖਣੀਆਂ ਨੇ ਦੌਲਤਾਂ ਸ਼ੋਹਰਤਾਂ ਨਾਲ ਭਰ ਦਿੰਦਾ ਹੈ। ਐਸਾ ਖਾਲੀ ਭਾਂਡਿਆਂ ਨੂੰ ਭਰਨ ਵਾਲਾ ਜਿਹੜਾ ਪਰਮੇਸ਼ਵਰ ਹੈ, ਉਸ ਨੂੰ ਤੁਸੀਂ ਸਦਾ ਹਿਰਦੇ ਵਿੱਚ ਧਾਰ ਕੇ ਰੱਖਦੇ ਹੋ। ਤੁਹਾਡਾ ਉਹ ਨਿਰਗੁਣ ਸਰੂਪ ਸਦਾ ਤੁਹਾਡੇ ਚੇਤੇ ਵਿੱਚ ਹੈ, ਤੁਹਾਡੇ ਅੰਦਰ ਉਹ ਪ੍ਰਗਟ ਰਹਿੰਦਾ ਹੈ। ਕਿੱਡਾ ਕੁ ਵੱਡਾ ਦਾਤਾ ਹੈ, ਕਿਤਨਿਆਂ ਕੁ ਦੀਆਂ ਝੋਲੀਆਂ ਭਰਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਕੇਵੜ ਦਾਤਾ ਆਖੀਐ ਦੇ ਕੈ ਰਹਿਆ ਸੁਮਾਰ ਨਾਨਕ ਤੋਟ ਨਾ ਆਵਈ ਤੇਰੇ ਜੁਗਹਿ ਜੁਗਹਿ ਭੰਡਾਰ। ਗਿਣਤੀ ਕੋਈ ਨਹੀਂ ਹੈ, ਗਿਣਤੀਆਂ ਮਿਣਤੀਆਂ ਤੋਂ ਰਹਿਤ ਉਹਦੇ ਖਜ਼ਾਨੇ ਨੇ, ਉਹਦੀ ਅਜ਼ਮਤ ਹੈ। ਦੂਸਰਾ ਅਰਥ ਸਮਝਿਓ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਅਭਰਿਆਂ ਨੂੰ ਭਰਨ ਵਾਲੇ ਨੇ।
ਜਿਹੜੇ ਹਿਰਦੇ ਨਾਮ ਤੋਂ ਬਾਣੀ ਤੋਂ ਸਖਣੇ ਨੇ, ਉਹਨਾਂ ਨੂੰ ਨਾਮ ਬਖਸ਼ਣ ਵਾਲੇ ਨੇ, ਤਨ ਦੀਆਂ ਝੋਲੀਆਂ ਪਦਾਰਥਾਂ ਨਾਲ ਭਰਨ ਵਾਲੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਸਾਗਰ ਪੂਰਾ ਭੰਡਾਰ। ਗੁਰੂ ਭੰਡਾਰਾ ਹੈ, ਖਜ਼ਾਨਾ ਹੈ, ਦੌਲਤਾਂ ਸ਼ੋਹਰਤਾਂ ਬਖਸ਼ਣ ਵਾਲਾ ਹੈ। ਜਿੱਥੇ ਅਕਾਲ ਪੁਰਖ ਦੀ ਅਜ਼ਮਤ ਬਾਰੇ ਇਸ ਸਵਈਏ ਵਿੱਚ ਦੱਸਿਆ ਹੈ ਵੀ ਉਹ ਅਪਾਰ ਨੇ, ਜਿਸ ਦਾ ਪਾਰਲਾ ਕੰਢਾ ਨਾ ਨਜ਼ਰੀ ਆਵੇ, ਜਿਸ ਦੀ ਤਾਕਤ ਦਾ ਦਾਇਰਾ ਸਮਝ ਵਿੱਚ ਨਾ ਆਵੇ, ਅਥਾਹ ਸਾਡੀ ਸੋਚ ਨਾਲੋਂ ਜੋ ਅਧਿਕ ਹੈ, ਜਿਹਦੇ ਗੁਣਾਂ ਦੀ ਗਿਣਤੀ ਕੋਈ ਨਹੀਂ ਹੈ। ਉਹ ਅਕਾਲ ਪੁਰਖ ਵਾਂਗੂ ਉਹਨਾਂ ਦੇ ਸਰਗੁਣ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਦੀ ਜਿਹੜੀ ਅਜ਼ਮਤ ਹੈ ਉਹ ਵੀ ਗਿਣਤੀਆਂ ਮਿਣਤੀਆਂ ਤੋਂ ਰਹਿਤ ਹੈ। ਐਸੇ ਗੁਰੂ ਰਾਮਦਾਸ ਮਹਾਰਾਜ ਨੂੰ ਸਿੱਖੋ, ਹਿਰਦੇ ਵਿੱਚ ਧਾਰੋ। ਉਹ ਅਭਰਿਆਂ ਨੂੰ ਭਰਨ ਵਾਲੇ ਨੇ। ਬਾਣੀ ਦਾ ਫੁਰਮਾਨ ਹੈ, ਹਰ ਹਰ ਉਰ ਧਾਰਿਓ ਗੁਰਪੂਰੈ, ਮੇਰਾ ਸੀਸ ਕੀਜੈ ਗੁਰਵਾਟ। ਅਕਾਲ ਪੁਰਖ ਨਿਰਗੁਣ ਨੂੰ ਸਦਾ ਗੁਰੂ ਆਪਣੇ ਅੰਦਰ ਧਾਰ ਕੇ ਰੱਖਦੇ ਨੇ, ਔਰ ਜਗਿਆਸੂ ਦੇ ਅੰਦਰ ਵੀ ਅਕਾਲ ਪੁਰਖ ਨੂੰ ਉਹ ਟਿਕਾ ਦਿੰਦੇ ਨੇ। ਐਸੇ ਗੁਰਾਂ ਅੱਗੇ ਕਹਿੰਦੇ ਸਾਡਾ ਸੀਸ ਝੁਕਦਾ ਹੈ, ਚਾਹੇ ਉਹ ਸੀਸ ਕੱਟ ਲੈਣ। ਹਰ ਹਾਰ ਹਰ ਉਰ ਧਾਰਿਓ, ਜਨ ਨਾਨਕ ਨਾਮ ਸਮਾਇਆ। ਜਿਨ੍ਹਾਂ ਨੇ ਗੁਰੂ ਦੀ ਸ਼ਰਨ ਆਉਣਾ ਕੀਤਾ ਹੈ, ਗੁਰੂ ਨੇ ਉਹਨਾਂ ਦੇ ਅੰਦਰ ਪਰਮੇਸ਼ਵਰ ਨੂੰ ਟਿਕਾ ਦਿੱਤਾ, ਪ੍ਰਗਟ ਕਰ ਦਿੱਤਾ। ਦੁੱਖ ਭੰਜਨ ਆਤਮ ਪ੍ਰਬੋਧ, ਮਨ ਤਤ ਵਿਚਾਰਿਓ। ਅਗਲੇ ਇਹਨਾਂ ਅਲਫਾਜ਼ਾਂ ਦੇ ਵਿੱਚ ਭੱਟ ਸਾਹਿਬ ਸਾਨੂੰ ਇਹ ਹੁਕਮ ਕਰਦੇ ਨੇ, ਗੁਰੂ ਰਾਮਦਾਸ ਸਾਹਿਬ ਸੱਚਾ ਪਾਤਸ਼ਾਹ ਜਿਹੜਾ ਹੈ ਨਾ, ਉਹਨਾਂ ਦੇ ਜੋ ਨਿਰਗੁਣ ਸਰੂਪ ਅਕਾਲ ਪੁਰਖ ਨੇ, ਉਹ ਜੀਵਨ ਵਿੱਚੋਂ ਜਿਤਨੀ ਵੀ ਖੇਚਲ ਹੈ, ਜਿੰਨੇ ਵੀ ਤੇਰੇ ਦੁੱਖ ਨੇ, ਤਕਲੀਫਾਂ ਨੇ, ਤੈਨੂੰ ਜੋ ਵੀ ਖੇਦ ਹੈ, ਭੰਜਨ ਤੋਂ ਭਾਵ ਹੈ ਨਸ਼ਟ ਕਰ ਦਿੰਦੇ ਨੇ। ਤੇਰੇ ਦੁੱਖਾਂ ਨੂੰ ਪਰਮੇਸ਼ਵਰ ਮਿਟਾ ਦਿੰਦੇ ਨੇ। ਹੇ ਪੂਰਨ, ਹੇ ਸਰਬ ਮੈਂ ਦੁੱਖ ਭੰਜਨ ਗੁਣ ਤਾਸ। ਗੁਰੂ ਸਾਹਿਬ ਕਹਿੰਦੇ ਪੂਰਨ ਪਰਮਾਤਮਾ, ਤੁਸੀਂ ਦੁੱਖਾਂ ਦਾ ਨਾਸ਼ ਕਰਤੇ ਹੋ, ਤੁਸੀਂ ਗੁਣਾਂ ਦੇ ਸਹਿਤ ਕਰਦੇ ਹੋ, ਸੁਖ ਬਖਸ਼ਣ ਵਾਲੇ ਹੋ। ਦੂਸਰਾ ਭਾਵ ਇਹਦਾ ਇਹ ਹੈ, ਗੁਰੂ ਰਾਮਦਾਸ ਮਹਾਰਾਜ ਆਪਣੇ ਨਿਰਗੁਣ ਸਰੂਪ ਦੀ ਨਿਆਈ ਦੁੱਖਾਂ ਦੇ ਨਾਸ਼ ਕਰਤਾ ਨੇ। ਤਿਸ ਗੁਰ ਸੇਵ ਸਦਾ ਦਿਨ ਰਾਤੀ, ਦੁੱਖ ਭੰਜਨ ਸੰਗ ਸਖਾਤਾ। ਹੈ ਦਿਨ ਰਾਤ ਉਸ ਗੁਰੂ ਦੀ ਸੇਵਾ ਕਰ, ਜਿਹੜਾ ਤੈਨੂੰ ਸੁਖ ਬਖਸ਼ਦਾ ਹੈ ਔਰ ਤੇਰੇ ਦੁੱਖਾਂ ਦਾ ਵਿਨਾਸ਼ ਕਰਤਾ ਹੈ। ਭੱਟ ਸਾਹਿਬ ਕਹਿੰਦੇ ਹੈ, ਗੁਰੂ ਰਾਮਦਾਸ ਦੁੱਖਾਂ ਦੇ ਵਿਨਾਸ਼ ਕਰਤਾ ਅਕਾਲ ਪੁਰਖ ਨੂੰ ਤੁਸੀਂ ਸਦਾ ਹੀ ਆਪਣੇ ਅੰਦਰ ਧਾਰ ਕੇ ਰੱਖਦੇ ਹੋ। ਸਦਾ ਹੀ ਉਹ ਜੋ ਤਤਵ ਸਰੂਪ ਹੈ, ਸਾਰਿਆਂ ਦਾ ਮੁੱਢ ਹੈ, ਉਹਦੀ ਵਿਚਾਰ ਕਰਦੇ ਰਹਿੰਦੇ ਹੋ। ਤੁਹਾਡੀ ਸਭਾ ਵਿੱਚ ਅਕਾਲ ਪੁਰਖ ਦੀ ਵਿਚਾਰ ਚੱਲਦੀ ਰਹਿੰਦੀ ਹੈ, ਜੋ ਆਤਮ ਸਰੂਪ ਹੈ, ਜੋ ਜੋਤ ਸਰੂਪ ਹੈ, ਜੋ ਹਰ ਇੱਕ ਜ਼ਰੇ ਦੇ ਵਿੱਚ ਸਮਾਇਆ ਹੋਇਆ ਹੈ। ਇੱਕ ਲਫ਼ਜ਼ ਇੱਥੇ ਵਰਤਦੇ ਨੇ, ਪ੍ਰਬੋਧ। ਪ੍ਰਬੋਧ ਦਾ ਭਾਵ ਹੁੰਦਾ ਹੈ ਜਾਗ ਜਾਣਾ, ਸੁਚੇਤ ਹੋ ਜਾਣਾ, ਗਿਆਨ ਅਵਸਥਾ, ਅਗਿਆਨ ਦੇ ਜੋ ਉਲਟ ਹੈ। ਮਹਾਰਾਜ ਤੁਸੀਂ ਸਦਾ ਹੀ ਗਿਆਨ ਵਿੱਚ ਜਾਗਦੇ ਹੋ, ਸਦਾ ਹੀ ਤਤਵ ਦੀ ਵਿਚਾਰ ਕਰਦੇ ਹੋ। ਮਨ ਪ੍ਰਬੁੱਧ ਹੋ ਹਰ ਕੈ ਨਾਏ, ਦਹ ਦਿਸ ਧਾਵਤ ਆਵੈ
ਠਾਏ। ਸਾਨੂੰ ਵੀ ਹੁਕਮ ਕਰਦੇ ਨੇ ਆਪਣੇ ਮਨ ਨੂੰ ਅਕਾਲ ਪੁਰਖ ਦੇ ਨਾਮ ਨਾਲ ਸੁਚੇਤ ਕਰੋ, ਅਗਿਆਨਤਾ ਵੱਲੋਂ ਜਗਾਉਣਾ ਕਰੋ। ਅਗਿਆਨ ਦਾ ਵਿਨਾਸ਼ ਹੋਵੇਗਾ, ਜੀਵਨ ਸੁਖਾਲਾ ਬਤੀਤ ਹੋਵੇਗਾ। ਗੁਰ ਤੁਠੈ ਮਨ ਪ੍ਰਬੋਧਿਆ, ਹਰ ਪੀਆ ਰਸ ਗਟਕੇ। ਹੁਣ ਮਨ ਕਿਹਦਾ ਜਾਗਦਾ ਹੈ, ਕਿਹਦਾ ਸੁਚੇਤ ਹੁੰਦਾ ਹੈ, ਕਿਹਦਾ ਮਨ ਵਿਕਾਰਾਂ ਦੇ ਅੰਧਕਾਰ ਤੋਂ ਗਿਆਨ ਦੀ ਰੌਸ਼ਨੀ ਵੱਲ ਜਾਂਦਾ ਹੈ। ਕਹਿੰਦੇ ਜਿਹਦੇ ਅੰਦਰ ਗੁਰੂ ਪਾਤਸ਼ਾਹ ਆਪਣੇ ਨਾਮ ਦੀ ਸ਼ਬਦ ਦੀ ਰੌਸ਼ਨੀ ਪ੍ਰਗਟ ਕਰ ਦੇਣ, ਔਰ ਜਦੋਂ ਗਿਆਨ ਹੋ ਜਾਵੇ, ਮਹਾਰਾਜ ਕਹਿੰਦੇ ਨੇ ਨਾਮ ਰਸ ਦੀ ਪ੍ਰਾਪਤੀ ਹੋ ਜਾਵੇ, ਜੀਵਨ ਬੜਾ ਆਨੰਦਮਈ ਹੋ ਜਾਂਦਾ ਹੈ। ਸੋ ਗੁਰੂ ਰਾਮਦਾਸ ਜਿੱਥੇ ਆਪਣੇ ਆਤਮ ਸਰੂਪ ਅਕਾਲ ਪੁਰਖ ਦੀ ਤਤਵ ਦੀ ਸਾਰ ਵਸਤੂ ਦੀ ਵਿਚਾਰ ਕਰਦੇ ਨੇ, ਉੱਥੇ ਆਪਣੇ ਸਿੱਖਾਂ ਸੇਵਕਾਂ ਦੇ ਅੰਦਰ ਵੀ ਉਸ ਅਕਾਲ ਪੁਰਖ ਦੀ ਵਿਚਾਰ ਟਿਕਾ ਦਿੰਦੇ ਨੇ, ਅੰਦਰ ਵੀ ਅਕਾਲ ਪੁਰਖ ਨੂੰ ਪ੍ਰਗਟ ਕਰ ਦਿੰਦੇ ਨੇ। ਏਕੈ ਰੰਗ ਤਤ ਕੇ ਬੇਤੇ, ਸਤਿਗੁਰ ਤੇ ਬੁੱਧ ਪਾਈ। ਇਹ ਬੁੱਧੀ ਗੁਰੂ ਪਾਤਸ਼ਾਹੀ ਬਖਸ਼ਣ ਤੇ ਫਿਰ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਵੀ ਜਿਹੜਾ ਪਰਮੇਸ਼ਵਰ ਹੈ ਨਾ, ਉਹ ਸਾਡਾ ਵਜੂਦ ਹੈ, ਸਾਡਾ ਆਗਾਜ਼ ਉਹਦੀ ਕਿਰਪਾ ਦੇ ਨਾਲ ਹੈ। ਉਹਦਾ ਰੰਗ, ਉਹਦਾ ਪ੍ਰੇਮ ਗੁਰੂ ਉੱਤਮ ਬੁੱਧੀ ਬਖਸ਼ਣ ਤੇ ਸਾਨੂੰ ਨਸੀਬ ਹੁੰਦਾ ਹੈ। ਭੱਟ ਸਾਹਿਬ ਕਹਿੰਦੇ ਗੁਰੂ ਰਾਮਦਾਸ ਜੀ ਦੁੱਖਾਂ ਦੇ ਵਿਨਾਸ਼ ਕਰਤਾ ਪਰਮੇਸ਼ਵਰ ਦਾ ਜਿਹੜਾ ਰਸ ਹੈ ਤੁਸੀਂ ਉਹ ਮਾਣ ਰਹੇ ਹੋ। ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ। ਗੁਰੂ ਦੇ ਗਿਆਨ ਦੇ ਸਦਕਾ ਹੀ ਅਸੀਂ ਤਤਵ ਵਿੱਚ ਅਕਾਲ ਪੁਰਖ ਵਿੱਚ ਅਭੇਦ ਹੋ ਸਕਦੇ ਹਾਂ। ਅੱਗੇ ਸਵਈਏ ਵਿੱਚ ਹੁਕਮ ਕਰਦੇ ਨੇ ਭੱਟ ਸਾਹਿਬ, ਸਦਾ ਚਾਏ ਹਰ ਭਾਏ, ਪ੍ਰੇਮ ਰਸ ਆਪੇ ਜਾਣੇ। ਹਰੀ ਪਰਮੇਸ਼ਵਰ ਦੇ ਭਾਏ, ਭਾਵ ਪ੍ਰੇਮ ਦਾ ਸਦਾ ਹੀ ਗੁਰੂ ਰਾਮਦਾਸ ਨੂੰ ਚਾਅ ਰਹਿੰਦਾ ਹੈ। ਉਹਦੇ ਨਾਮ ਵਿੱਚ ਉਤਸ਼ਾਹਿਤ ਰਹਿੰਦੇ ਨੇ। ਔਰ ਉਹਦੇ ਪ੍ਰੇਮ ਦਾ ਰਸ ਕੈਸਾ ਹੈ, ਕਿਤਨਾ ਆਨੰਦਮਈ ਹੈ, ਕਿੰਨਾ ਕੁ ਸੁਖ ਦੇਣ ਵਾਲਾ ਹੈ, ਇਹ ਕੇਵਲ ਗੁਰੂ ਰਾਮਦਾਸ ਆਪ ਹੀ ਜਾਣਦੇ ਨੇ। ਇਹ ਸਮਝ ਉਹਨਾਂ ਨੂੰ ਹੀ ਹੈ। ਦੂਸਰਾ ਭਾਵ ਸਮਝਿਓ, ਮਹਾਰਾਜ ਗੁਰੂ ਰਾਮਦਾਸ ਜਿਹੜੇ ਤੁਹਾਡੇ ਨਾਲ ਪ੍ਰੇਮ ਕਰਦੇ ਨੇ, ਉਹਨਾਂ ਨੂੰ ਤੁਸੀਂ ਨਾਮ ਰਸ ਬਖਸ਼ਦੇ ਹੋ। ਜਿਸ ਰਸ ਨੂੰ ਛਕ ਕਰਕੇ, ਜਿਸ ਬਾਣੀ ਨੂੰ ਪੜ੍ਹ ਕਰਕੇ ਸਦਾ ਹੀ ਸਾਡੇ ਜੀਵਨ ਵਿੱਚ ਉਤਸ਼ਾਹ ਰਹਿੰਦਾ ਹੈ, ਸਾਡਾ ਜੀਵਨ ਖਿੜਿਆ ਰਹਿੰਦਾ ਹੈ, ਵਿਕਾਰਾਂ ਤੋਂ ਅਸੀਂ ਬਚੇ ਰਹਿੰਦੇ ਹਾਂ, ਰੋਗ ਤੋਂ ਸੋਗ ਤੋਂ ਸਾਨੂੰ ਨਿਜਾਤ ਮਿਲ ਜਾਂਦੀ ਹੈ। ਸੋ ਉਹਦੇ ਨਾਮ ਦਾ ਰਸ, ਉਹਦੇ ਨਾਮ ਦਾ ਜਿਹੜਾ ਪਿਆਰ ਹੈ, ਪ੍ਰੇਮ ਹੈ, ਬੜਾ ਆਨੰਦਮਈ ਹੈ। ਬਾਣੀ ਦੇ ਵਿੱਚ ਇੱਕ ਜਗ੍ਹਾ ਮਹਾਰਾਜ ਫੁਰਮਾਨ ਕਰਦੇ ਨੇ, ਰਾਮ ਰਸਾਇਣ ਜੋ ਜਨ ਗੀਧੇ, ਚਰਨ ਕਮਲ ਪ੍ਰੇਮ ਭਗਤੀ ਬੀਧੇ। ਕਹਿੰਦੇ ਜਿਹੜੇ ਰਾਮ ਦੇ ਰਸ ਵਿੱਚ ਮਹਾਂਪੁਰਸ਼ ਮਸਤ ਰਹਿੰਦੇ ਨੇ ਨਾ, ਜਿਹੜੇ ਨਾਮ ਦਾ ਰਸ ਮਾਣਦੇ ਨੇ, ਉਹਨਾਂ ਦੇ ਅੰਦਰ ਨਾਮ ਦੇ ਪ੍ਰਤੀ ਐਸੀ ਖਿੱਚ ਹੈ ਜੈਸੀ ਕਿਸੇ ਭੌਰੇ ਦੇ ਵਿੱਚ ਕਮਲ ਫੁੱਲ ਦੇ ਪ੍ਰਤੀ ਹੈ। ਐਸਾ ਤੇ ਉਹ ਨਾਮ ਨਾਲ ਕਰਦੇ ਨੇ। ਹੁਣ ਭੌਰੇ ਵੱਲ ਤੁਸੀਂ ਕਦੇ ਤੱਕੋ, ਜਦੋਂ ਸੂਰਜ ਚੜ੍ਹਨ ਤੇ ਕਮਲ ਫੁੱਲ ਖਿੜੇ ਤੇ ਉਹ ਖੁਸ਼ਬੋਈ ਮਾਣਨ ਲਈ ਕਮਲ ਤੇ ਬਹਿੰਦਾ ਹੈ। ਇੰਨਾ ਰਸ ਆਉਂਦਾ ਹੈ ਉਸ ਨੂੰ, ਇੰਨਾ ਆਨੰਦ ਆਉਂਦਾ ਹੈ ਉਸ ਨੂੰ, ਏਡਾ ਮਗਨ ਹੋ ਜਾਂਦਾ ਹੈ ਵੀ ਸੂਰਜ ਛਿਪ ਗਿਆ, ਕਮਲ ਨੇ ਪੰਖੜੀਆਂ ਸੰਕੋਚ ਲਈਆਂ ਤੇ ਭੌਰਾ ਵਿੱਚੇ ਹੀ ਮਰ ਮੁੱਕ ਗਿਆ। ਇੱਦਾਂ ਜਿਹੜੇ ਮਹਾਂਪੁਰਸ਼ ਨੇ, ਅਕਾਲ ਪੁਰਖ ਦੇ
ਨਾਮ ਰਸ ਵਿੱਚ ਐਸੇ ਮਗਨ ਨੇ, ਹੋਰ ਕੋਈ ਰਸ ਉਹਨਾਂ ਨੂੰ ਭਾਉਂਦਾ ਹੀ ਨਹੀਂ ਹੈ, ਚਾਹੇ ਜਾਣ ਕਿਉਂ ਨਾ ਜਾਂਦੀ ਰਵੇ। ਇੱਕ ਹੋਰ ਉਦਾਹਰਣ ਹੈ ਬਾਣੀ ਵਿੱਚ, ਜਿਉਂ ਚਾਤ੍ਰਿਕ ਜਲ ਪ੍ਰੇਮ ਪਿਆਸਾ। ਕਹਿੰਦੇ ਜਿਵੇਂ ਬਬੀਹੇ ਨੂੰ ਸਵਾਂਤੀ ਬੂੰਦ ਦਾ ਪ੍ਰੇਮ ਹੈ। ਤੁਸੀਂ ਇਹ ਧਿਆਨ ਦਿਓ ਵੀ ਨਦੀਆਂ, ਨਾਲੇ, ਸਾਗਰ, ਪਾਣੀ ਦੇ ਕਿੰਨੇ ਸੋਮੇ ਨੇ, ਬਬੀਹਾ ਕਿਧਰਿਓਂ ਵੀ ਜਲ ਨਹੀਂ ਪਾਨ ਕਰਦਾ। ਉਹਦੇ ਗਲ ਵਿੱਚ ਛੇਕ ਹੈ। ਜਦੋਂ ਵਰਖਾ ਹੋਵੇ, ਉਸ ਛੇਕ ਦੇ ਵਿੱਚ ਜਦੋਂ ਪਰਮਾਤਮਾ ਦੀ ਬਖਸ਼ਿਸ਼ ਨਾਲ ਕੋਈ ਜਲ ਦੀ ਬੂੰਦ ਡਿੱਗ ਪਵੇ ਤੇ ਉਹਦੇ ਆਸਰੇ ਉਹਦੀ ਪਿਆਸ ਬੁਝਦੀ ਹੈ, ਜਿਸ ਨੂੰ ਸਵਾਂਤੀ ਬੂੰਦ ਵੀ ਕਹਿ ਦਿੰਦੇ ਨੇ। ਉਹ ਸਵਾਂਤੀ ਬੂੰਦ ਤੋਂ ਲਹਿਦਾ ਹੋਰ ਕਿਧਰਿਓਂ ਵੀ ਰਸ ਨਹੀਂ ਮਾਣਦਾ। ਸਾਧੂ ਅਕਾਲ ਪੁਰਖ ਦੇ ਨਾਮ ਤੋਂ ਲਹਿਦਾ ਹੋਰ ਕਿਧਰੇ ਵੀ ਰਸ ਦੀ ਆਸਾ ਨਹੀਂ ਕਰਦੇ, ਨਾ ਉਹਨਾਂ ਨੂੰ ਕੁਝ ਹੋਰ ਭਾਉਂਦਾ ਹੀ ਹੈ। ਅੱਗੇ ਇੱਕ ਹੋਰ ਉਦਾਹਰਣ ਦਿੱਤੀ ਬਾਣੀ ਨੇ, ਜਿਉਂ ਮੀਨਾ ਜਲ ਮਾਹੇ ਉਲਾਸਾ। ਜਿਵੇਂ ਮੀਨ ਮਛਲੀ ਜਲ ਦੇ ਵਿੱਚ ਪ੍ਰਸੰਨ ਰਹਿੰਦੀ ਹੈ, ਇਉਂ ਸਾਧੂ ਰੱਬ ਦੇ ਗੀਤ ਗਾਉਂਦੇ ਪ੍ਰਸੰਨ ਰਹਿੰਦੇ ਨੇ। ਜਿਵੇਂ ਮੱਛੀ ਨੂੰ ਪਾਣੀ 'ਚੋਂ ਰਸ ਹੈ, ਇਉਂ ਸਾਧੂਆਂ ਨੂੰ ਨਾਮ 'ਚੋਂ ਰਸ ਆਉਂਦਾ ਹੈ। ਨਾਨਕ ਹਰ ਰਸ ਪੀ ਤ੍ਰਿਪਤਾਸਾ। ਜਿਵੇਂ ਬਬੀਹਾ ਸਵਾਂਤੀ ਬੂੰਦ ਪੀ ਕੇ ਤ੍ਰਿਪਤ ਹੋਇਆ, ਪਿਆਸ ਮਿਟੀ, ਰੱਜ ਗਿਆ, ਹੋਰ ਕੋਈ ਆਸਾ ਨਹੀਂ ਹੈ ਉਹਨੂੰ, ਇੱਛਾ ਨਹੀਂ ਹੈ ਉਹਨੂੰ। ਜਿਵੇਂ ਮਛਲੀ ਨੂੰ ਪਾਣੀ ਤੋਂ ਲਹਿਦਾ ਹੋਰ ਕੋਈ ਇੱਛਾ ਨਹੀਂ ਹੈ। ਜਿਵੇਂ ਇੱਕ ਭੌਰੇ ਨੂੰ ਕਮਲ ਫੁੱਲ ਦੀ ਖੁਸ਼ਬੋਈ ਤੋਂ ਲਹਿਦਾ ਹੋਰ ਕਿਸੇ ਦੀ ਇੱਛਾ ਨਹੀਂ ਹੈ, ਉਹ ਤ੍ਰਿਪਤ ਹੈ ਉਹਦੀ ਖੁਸ਼ਬੋਈ ਮਾਣ ਕੇ। ਇਉਂ ਸਾਧੂ ਜਨ ਅਕਾਲ ਪੁਰਖ ਦਾ ਨਾਮ ਜਪ ਕੇ ਤ੍ਰਿਪਤ ਹੋ ਜਾਂਦੇ ਨੇ, ਉਹਨਾਂ ਦੀ ਹੋਰ ਕੋਈ ਇੱਛਾ ਨਹੀਂ ਰਹਿ ਜਾਂਦੀ। ਕਹਿੰਦੇ ਨਾਮ ਜਪਣ ਵਾਲੇ ਨੂੰ ਰੱਜ ਆ ਜਾਂਦਾ ਹੈ, ਉਹਦੀ ਭੁੱਖ ਮਿਟ ਜਾਂਦੀ ਹੈ। ਤੇ ਜੇ ਰੱਜ ਨਹੀਂ ਆਇਆ ਤੇ ਸਮਝ ਲਿਓ ਲਿਬਾਸ ਸਾਧੂਆਂ ਵਾਲਾ ਹੈ, ਹਜੇ ਮਹਾਂਪੁਰਸ਼ ਵਾਲੀ ਉਪਾਧੀ ਤੇ ਪਹੁੰਚਿਆ ਨਹੀਂ ਹੈ। ਹਾਂ, ਹਜੇ ਚੱਲ ਰਿਹਾ ਹੋਵੇਗਾ ਉਸ ਰਸਤੇ ਤੇ। ਸਾਧੂਆਂ ਨੂੰ ਰੱਜ ਆ ਜਾਂਦਾ ਹੈ, ਸਾਧੂ ਤ੍ਰਿਪਤ ਹੋ ਜਾਂਦੇ ਨੇ। ਨਾਮ ਰਸ ਤੋਂ ਲਹਿਦਾ ਉਹਨਾਂ ਨੂੰ ਹੋਰ ਕੋਈ ਰਸ ਭਾਉਂਦਾ ਨਹੀਂ ਹੈ। ਇੱਕ ਇੰਗਲਿਸ਼ ਦਾ ਟੀਕਾਕਾਰ ਕਹਿੰਦਾ ਹੈ, The saint is satisfied by the sublime essence of the Lord। ਖੁਦਾ ਦੇ ਨਾਮ ਰਸ ਵਿੱਚ ਸਾਧੂ ਜਿਹੜੇ ਨੇ ਤ੍ਰਿਪਤ ਰਹਿੰਦੇ ਨੇ। ਬਾਣੀ ਚਾਹੁੰਦਾ ਨਾ, ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ। ਉਹ ਰੱਜ ਗਏ ਦੁਨੀਆ ਦੇ ਪਦਾਰਥਾਂ ਵੱਲੋਂ, ਜਿਨ੍ਹਾਂ ਨਾਮ ਰਸ ਚੱਖਿਆ ਹੈ ਉਹਨਾਂ ਨੂੰ ਰੱਜ ਆ ਗਿਆ, ਉਹਨਾਂ ਦੀ ਭੁੱਖ ਮਿਟ ਗਈ। ਮਹਾਰਾਜ ਕਹਿੰਦੇ, ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ ਸਤਿਗੁਰ ਬੂਝ ਬੁਝਾਈ। ਔਰ ਇਹ ਗੁਰੂ ਪਾਤਸ਼ਾਹੀ ਸੋਝੀ ਬਖਸ਼ਦੇ ਨੇ। ਜੇ ਪਰਮਾਤਮਾ ਨੂੰ ਪਾਉਣਾ ਹੈ, ਚੌਂਕੜਾ ਲਾ, ਜਿਸ ਦਿਨ ਉਹਦੇ ਨਾਮ ਦਾ ਰਸ ਆ ਗਿਆ ਤੈਨੂੰ ਉਹ ਮਿਲ ਪਵੇਗਾ, ਤੈਨੂੰ ਉਹਦੀ ਪ੍ਰਾਪਤੀ ਹੋ ਜਾਵੇਗੀ। ਸੋ ਮਹਾਰਾਜ ਪਾਤਸ਼ਾਹ ਗੁਰੂ ਰਾਮਦਾਸ ਜੀ, ਤੁਸੀਂ ਸਦਾ ਹੀ ਆਪਣੇ ਨਿਰਗੁਣ ਅਕਾਲ ਪੁਰਖ ਦੇ ਨਾਮ ਦਾ ਰਸ ਮਾਨਣ ਵਾਲੇ ਹੋ। ਔਰ ਇਹ ਬਖਸ਼ਿਸ਼ ਤੁਹਾਡੇ ਤੇ ਕਿਵੇਂ ਹੋਈ? ਅੱਗੇ ਭੱਟ ਸਾਹਿਬ ਕਹਿੰਦੇ ਨੇ, ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੇ। ਜੋ ਸੱਚੇ ਸਤਿਗੁਰੂ, ਸਤਿਆ ਗੁਰੂ, ਜੋ ਸਦੀਵੀ ਨੇ, ਜਿਨ੍ਹਾਂ ਦਾ ਨਾਮ ਅਮਰ ਹੈ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਤੁਹਾਡੇ ਤੇ ਮਿਹਰਬਾਨੀ ਕੀਤੀ। ਪ੍ਰਸਾਦ ਤੋਂ ਭਾਵ ਹੈ ਕਿਰਪਾ ਕਰਨੀ, ਤੁਹਾਡੇ ਤੇ ਬਖਸ਼ਿਸ਼ ਕੀਤੀ। ਫਿਰ ਤੁਸੀਂ ਸਹਿਜ ਸੇਤੀ ਹੀ, ਪ੍ਰੇਮ ਦੇ ਨਾਲ ਹੀ, ਗਿਆਨ ਵਿਚਾਰ ਦੇ ਨਾਲ ਹੀ ਅਕਾਲ ਪੁਰਖ ਦੇ ਨਾਮ ਦਾ ਰੰਗ ਮਾਣਿਆ। ਰੰਗ ਤੋਂ ਭਾਵ ਆਨੰਦ ਵੀ ਹੈ, ਰੰਗ ਤੋਂ ਭਾਵ ਖੁਸ਼ੀ ਵੀ ਹੈ। ਸੋ ਤੁਹਾਡੇ ਜੀਵਨ ਵਿੱਚ ਸਦਾ ਹੀ ਆਨੰਦ, ਰੰਗ, ਖੁਸ਼ੀ ਰਹੀ ਹੈ ਪਾਤਸ਼ਾਹ। ਇਹ ਗੁਰੂ ਅਮਰਦਾਸ ਦੀ ਕਿਰਪਾ। ਵੇਖੋ, ਦਸੋ ਪਾਤਸ਼ਾਹੀਆਂ ਅਕਾਲ ਪੁਰਖ ਦਾ ਸਰੂਪ ਨੇ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬਾ ਲਹਿਣਾ ਜੀ ਗੁਰੂ ਧਾਰਦੇ ਨੇ ਨਾ,
ਤੇ ਗੁਰੂ ਅੰਗਦ ਸਾਹਿਬ ਬਣਦੇ ਨੇ, ਉਹ ਕੇਵਲ ਸਾਨੂੰ ਦਰਸਾਉਣ ਲਈ ਹੈ ਵੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਦੀ ਸ਼ਰਨ ਜਾਏ ਤੋਂ ਬਿਨਾ ਨਜ਼ਾਤ ਨਹੀਂ, ਮੁਕਤੀ ਨਹੀਂ, ਰੋਗ ਸੋਗ ਨਹੀਂ ਮਿਟਣੇ। ਪਰ ਦਸਾਂ ਪਾਤਸ਼ਾਹੀਆਂ ਨੂੰ ਗੁਰੂ ਧਾਰਨ ਦੀ ਲੋੜ ਨਹੀਂ ਹੈ, ਉਹ ਆਪ ਅਕਾਲ ਪੁਰਖ ਦਾ ਸਰੂਪ ਨੇ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਕੇਵਲ ਸਾਨੂੰ ਰਸਤਾ ਦਰਸਾਇਆ ਹੈ ਬਾਬਾ ਲਹਿਣਾ ਜੀ ਨੇ, ਬਾਬਾ ਜੇਠਾ ਜੀ ਨੇ, ਵੀ ਪੂਰੇ ਗੁਰੂ ਨਾਨਕ ਗੁਰੂ ਅਮਰਦਾਸ ਦੀ ਸ਼ਰਨ ਆਓਗੇ ਤੇ ਭਵਸਾਗਰ ਤੋਂ ਤਰਿਆ ਜਾਣਾ ਹੈ। ਜਿਵੇਂ ਟੀਚਰ ਉਹ ਸਾਨੂੰ ਪ੍ਰੈਕਟੀਕਲੀ ਕਲਾਸ ਵਿੱਚ ਦੱਸੇਗਾ, ਥਰੈਟੀਕਲੀ ਕਲਾਸ ਵਿੱਚ ਦੱਸੇਗਾ, ਉਹਦੇ ਰਸਤੇ ਤੇ ਚੱਲ ਕੇ ਅਸੀਂ ਫਿਰ ਪੜ੍ਹਦੇ ਹਾਂ, ਐਗਜ਼ਾਮ ਦਿੰਦੇ ਹਾਂ, ਪਾਸ ਹੁੰਦੇ ਹਾਂ। ਹਜੇ ਕਿ ਟੀਚਰ ਨੂੰ ਲੋੜ ਨਹੀਂ ਹੁੰਦੀ ਉਸ ਕਾਰਜ ਦੀ। ਸੋ ਇਸ ਗੱਲ ਨੂੰ ਧਿਆਨ ਵਿੱਚ ਰੱਖਿਓ। ਜਦੋਂ ਵੀ ਭੱਟ ਸਾਹਿਬ ਇਹ ਗੱਲ ਕਹਿੰਦੇ ਨੇ ਨਾ, ਐ ਗੁਰੂ ਸਾਹਿਬ ਤੁਸੀਂ ਵੱਡਿਆਂ ਗੁਰਾਂ ਦੀ ਸ਼ਰਨ ਆ ਕੇ ਨਾਮ ਰਸ ਮਾਣਿਆ, ਅਕਾਲ ਪੁਰਖ ਦੀ ਪ੍ਰਾਪਤੀ ਕੀਤੀ, ਤੋ ਸਾਨੂੰ ਰਸਤਾ ਦਰਸਾਉਣ ਲਈ ਹੈ। ਬਾਣੀ ਕਹਿੰਦੀ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਗੁਰੂ ਸਾਹਿਬ ਦਾ ਰੁਤਬਾ ਗੁਰੂ ਅਰਜਨ, ਗੁਰੂ ਅਮਰਦਾਸ, ਗੁਰੂ ਅੰਗਦ ਦਾ ਐਸਾ ਹੈ, ਜਨਮ ਤੋਂ ਹੀ ਬ੍ਰਹਮ ਦੀ ਪਹਿਚਾਣ ਵਾਲੇ ਨੇ, ਜਨਮ ਤੋਂ ਹੀ ਸਾਗਰ ਨੇ। ਬਾਕੀ ਸਾਰੇ ਭਗਤ ਸੰਤ ਉਹਨਾਂ ਨਦੀਆਂ ਵਰਗੇ ਨੇ ਜਿਹੜੇ ਮੁਸ਼ੱਕਤ ਘਾਲ ਕੇ ਸਾਗਰ ਤਾਈਂ ਗਏ ਤੇ ਸਾਗਰ ਹੋ ਨਿਬੜੇ। ਅਕਾਲ ਪੁਰਖ ਤਾਈਂ ਗਏ ਬੰਦਗੀ ਕਰਕੇ, ਅਕਾਲ ਪੁਰਖ ਦਾ ਰੂਪ ਹੋ ਨਿਬੜੇ। ਹਰ ਹਰ ਜੰਦੂਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਪਰ ਦਸੋ ਪਾਤਸ਼ਾਹੀਆਂ ਆਗਾਜ਼ ਤੋਂ ਹੀ ਅਕਾਲ ਪੁਰਖ ਦਾ ਸਰੂਪ ਨੇ। ਖੈਰ, ਇਸ ਪੰਕਤੀ ਦਾ ਦੂਸਰਾ ਭਾਵ ਇਹ ਹੈ ਵੀ ਜਿਹੜੇ ਗੁਰੂ ਰਾਮਦਾਸ ਦੀ ਸ਼ਰਨ ਆਏ, ਸੱਚੇ ਸਤਿਗੁਰੂ ਨੇ ਉਹਨਾਂ ਤੇ ਮਿਹਰਬਾਨੀ ਕੀਤੀ, ਪ੍ਰਸਾਦ ਉਹਨਾਂ ਤੇ ਦਇਆ ਕੀਤੀ। ਫਿਰ ਹੋਇਆ ਕੀ? ਸਾਨੂੰ ਸਹਿਜ ਪ੍ਰਾਪਤ ਹੋਇਆ, ਸਾਨੂੰ ਗਿਆਨ ਪ੍ਰਾਪਤ ਹੋਇਆ, ਸਾਨੂੰ ਸ਼ਾਂਤੀ ਪ੍ਰਾਪਤ ਹੋਈ। ਬ੍ਰਹਮ ਦਾ ਜਿਹੜਾ ਪੱਖ ਸੀ ਸਾਡੇ ਸਾਹਮਣੇ ਪ੍ਰਗਟ ਕਰ ਦਿੱਤਾ ਪਰਮੇਸ਼ਵਰ ਨੇ। ਤੇ ਜਦੋਂ ਗਿਆਨ ਹੋ ਗਿਆ, ਸ਼ੁਭ ਅਸ਼ੁਭ ਕਰਮ ਦੀ ਸਮਝ ਆ ਗਈ, ਕਿਹੜਾ ਕਦਮ ਨੁਕਸਾਨਦਾਇਕ ਹੈ ਅਧਿਆਤਮਕ ਜੀਵਨ ਵਿੱਚ, ਕਿਹੜਾ ਸਫਲਾ ਹੈ, ਪੁੱਟਣ ਦੀ ਜਾਂਚ ਆ ਗਈ। ਤੇ ਸਾਡੇ ਜੀਵਨ ਵਿੱਚ ਸਦਾ ਹੀ ਰੰਗ ਛਾ ਗਿਆ, ਆਨੰਦ ਛਾ ਗਿਆ, ਰੌਣਕਾਂ ਆ ਗਈਆਂ। ਇਹ ਬਖਸ਼ਿਸ਼ ਗੁਰੂ ਕਰਨ ਵਾਲੇ ਨੇ। ਜੜ ਨਾਮ ਰਤਨ ਗੋਵਿੰਦ ਪਾਇਆ, ਹਰ ਮਿਲੇ ਹਰ ਗੁਣ ਸੁਖ ਘਣੇ, ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ, ਵਡ ਭਾਗੀ ਹਰ ਰੰਗ ਹਰ ਬਣੇ। ਗੁਰੂ ਦੀ ਸ਼ਰਨ ਆ ਕੇ ਨਾਮ ਜਪਿਆ, ਨਾਮ ਦਾ ਰੰਗ ਚੜ੍ਹ ਗਿਆ, ਰਸ ਆਉਣ ਲੱਗ ਪਿਆ। ਐਸਾ ਰਸ ਆਇਆ, ਅਕਾਲ ਪੁਰਖ ਦੀ ਪ੍ਰਾਪਤੀ ਹੋ ਗਈ ਤੇ ਫਿਰ ਅਕਾਲ ਪੁਰਖ ਦਾ ਹੀ ਰੂਪ ਹੋ ਨਿਬੜੇ। ਸਾਧੂਆਂ ਨੂੰ ਬੁਲੰਦ ਹਸਤੀ ਪ੍ਰਾਪਤ ਹੋ ਗਈ। ਅੱਗੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਨਾਲ ਨਾਲ ਵੱਡਿਆਂ ਗੁਰਾਂ ਦੀ ਬਾਤ ਭੱਟ ਸਾਹਿਬ ਕਰਦੇ ਨੇ। ਨਾਨਕ ਪ੍ਰਸਾਦ ਅੰਗਦ ਸੁਮਤ, ਗੁਰ ਅਮਰ ਅਮਰ ਵਰਤਾਇਓ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਸਾਦ ਸਦਕਾ, ਕਿਰਪਾ ਸਦਕਾ, ਮਿਹਰਬਾਨੀ ਸਦਕਾ ਅਤੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਬਖਸ਼ੀ ਹੋਈ ਸੁਮਤ, ਮਹਾਨ ਉੱਤਮ ਬੁੱਧੀ ਦੇ ਸਦਕਾ, ਗਿਆਨ ਦੇ ਸਦਕਾ, ਗੁਰੂ ਅਮਰਦਾਸ ਜੀ ਤੁਸੀਂ ਅਮਰ ਹੋਏ, ਅਮਰਾ ਪਦ ਹੈ ਤੁਹਾਡੇ ਕੋਲ, ਤੁਸੀਂ ਸਦੀਵੀ ਨਾਮ ਕਰਕੇ ਰਹਿਣ ਵਾਲੇ ਹੋ। ਤੁਹਾਡੇ ਨਿਰਗੁਣ ਸਰੂਪ ਅਕਾਲ ਪੁਰਖ ਦਾ ਜੈਸਾ ਵਜੂਦ ਹੈ ਜੋ ਸਦੀਵੀ ਹੈ, ਸਦਾ ਹੈ, ਤੁਸੀਂ ਉਸੇ ਤਰ੍ਹਾਂ ਹੀ ਦੁਨੀਆ ਤੇ ਪ੍ਰਗਟ ਹੋ, ਪ੍ਰਚਲਿਤ ਹੋ। ਔਰ ਤੁਹਾਡਾ ਜਿਹੜਾ ਅਮਰ ਹੈ ਨਾ ਹੁਕਮ ਹੈ, ਉਹ ਕਹਿੰਦੇ ਸਦਾ ਅਟਲ ਹੈ, ਕੋਈ ਮਿਟਾ ਨਹੀਂ ਸਕਦਾ। ਹੁਣ ਦੇਖੋ, ਪਹਿਲਾ ਅਮਰ ਲਫ਼ਜ਼ ਆਇਆ ਹੈ ਗੁਰੂ ਅਮਰਦਾਸ ਲਈ ਤੇ ਦੂਜਾ ਅਮਰ ਲਫ਼ਜ਼ ਆਇਆ ਹੈ ਹੁਕਮ ਦੇ ਲਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਸੱਚੇ ਸਤਿਗੁਰੂ ਨੇ, ਧਰਮ ਉਪਦੇਸ਼ਕ ਨੇ, ਸਿੱਖ ਧਰਮ ਦਾ ਆਗਾਜ਼ ਕਰਨ ਵਾਲੇ ਨੇ।
ये महाराज दे बोल ने, ना हम हिंदू ना मुसलमान। सिख हिंदू नहीं, सिख मुसलमान नहीं। गुर सतगुर काजो सिख अखाए सो भलके उठ हर नाम ते आवे। सिख कोई संप्रदाय नहीं, सिख धर्म है। हाँ, सिख धर्म विच बेअंत संप्रदावां ने, जिवें निहंग सिंह ने, दमदमी टकसाल है, सेवा पंथी ने, नानकसर है, राड़ा साहिब है, कार सेवा वाले महात्मा ने। ये सारियां शाखावां ने सिख धर्म दियां। उदासीन ने महापुरुष, निर्मले महापुरुष ने। सिख एक धर्म है और धर्म नूं प्रगट करन वाले खुदा दे पहले सरगुण स्वरूप जोत रूप हर आप गुरु नानक कहायो। धर्म दे आचार्य साडे ओ ने। उन्हां दी बख्शिश दे सदका बाबा लहणा गुरु अंगद बनते ने। गुरु अंगद जी दी बख्शिश होई, बाबा अमरदास गुरु हो निबड़े। गुरु अमरदास ने हुक्म वरताया ते बाबा जेठा गुरु रामदास हो निबड़े। अमर तो भाव है वो बचन जो मिटदा नहीं है, जो सदीवी अटल है। बाणी दा फरमान है, सबते वड समरथ गुरदेव, सब सुख पाई तिसकी सेव। जाका किया सब किश होए, तिसका अमर ना मेटै कोए। गुरु सब रहबरां देवी देवतियां नालों महान वड्डा रुतबा रखते ने। इन्ने महान ने, वड्डे ने, उन्हां दे हुक्म विच ही सब होवेगा। उन्हां दे बचन नूं कटिया नहीं जा सकदा। नो वन कैन इरेज हिज इटरनल डिक्री। ओदा अमर, ओदा बचन कोई मिटाउण वाला पैदा नहीं होया, ओदा आनंद खोण वाला कोई पैदा नहीं होया। महाराज पातशाह जे तुहानूं कोई बचन कर देन, उन्हां दा बचन कोई कट नहीं सकदा। क्यों कट नहीं सकदा? कहंदे पार ब्रह्म परमेश्वर अनूप, सफल मूरत गुर तिसका अरूप। क्योंकि अकाल पुरख दी मूरत गुरु है। गुरु दा बचन अकाल पुरख दा ही बचन है। गुरु इज़ द इमेज ऑफ फुलफिलमेंट, द एम्बॉडीमेंट ऑफ लाइट। खुदा दा रूप ने गुरु पातशाह। उन्हां दा बचन मिटा नहीं कोई सकदा। की बचन कीता गुरु अमरदास ने? भट्ट साहब अगे अखीरली पंक्ति विच कहंदे ने, गुर रामदास कल चुरै तै अटल अमर पद पायो। ऐ बाबा जेठा जी, भट्ट कल सुहार जी महान कवि जन ये बचन कहंदे ने, तुहानू बचन करके गुरु अमरदास ने गुरु नानक दे तख्त दा वारस गुरु रामदास बना दिता, जो एक अमर, एक अटल पदवी है, सबनों श्रेष्ठ ते उच्चा जो तख्त है, महान मरातबा है। अटल दा मतलब है जो टालिया ना जा सके, जो सदीवी है, कायम है, जो कदे डिगदा नहीं है। दीन दुनिया दे मालक गुरु अमरदास ने तुहानू भी अमरा पद बख्शिया है, जो सदा रहन वाला है। देखो शरीर मिटदे ने, गुरु जोत स्वरूप है, वो नहीं मिटन वाले, वो नाम सदीवी रहन वाला है। हुण ऐसा तुहानू पद, ऐसा तुहानू रुतबा बख्शिया जो उन्हां दे अपने कोल है। बाणी दा फरमान है, सच सच्चा सत गुर अमर है, जिस अंदर हर उर धारिया। महाराज कहंदे ने सच्चा सतगुरु अकाल पुरख दा स्वरूप है, उहदे अंदर अकाल पुरख प्रगट है। अकाल पुरख अमर है तो फिर उहदा सरगुण स्वरूप भी अमर है, भाव उहदा नाम भी अमर है, सदीवी रहन वाला है। सतगुर विच आप रखियोन कर प्रगट आख सुनाया, सतगुर मिलिया सदा मुक्त है, जिन विचों मोह चुकाया। अकाल पुरख ने आप ही गुरां नूं दुनिया ते प्रगट किया, आप ही सुंदर शरीर गुरु नानक, गुरु अंगद, गुरु अमर, गुरु रामदास दसों पातशाहियां दे सिरज के आप ही उन्हां शरीरां नूं धारना कीता। जिहड़ा भी गुरु नूं मिलेगा वो मुक्त है, उहदे रोग सोग मिट जाणगे, उहदा जीवन सफला हो जावेगा। फिर जिहड़ा रुतबा बख्शिया गुरु
ਅਮਰਦਾਸ ਨੇ ਬਾਬਾ ਜੇਠਾ ਜੀ ਨੂੰ ਉਹਦੇ ਵਿੱਚ ਜਗ੍ਹਾ ਜਗ੍ਹਾ ਮਹਾਰਾਜ ਪਾਤਸ਼ਾਹ ਦੇ ਮਰਾਤਬੇ ਬਾਬਤ, ਅਜ਼ਮਤਾਂ ਬਾਬਤ ਹਰ ਜ਼ਰੇ ਵਿੱਚ ਉਹਦੇ ਗੀਤ ਗਾਏ ਜਾਂਦੇ ਨੇ। ਧੰਨ ਧੰਨ ਲਫ਼ਜ਼ ਵਰਤਿਆ ਹੈ ਬਾਣੀ ਨੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਹੁਣ ਇਸ ਗੱਲ ਨੂੰ ਸਮਝਿਓ, ਜਿਹੜਾ ਕੋਈ ਕੰਸਟਰਕਸ਼ਨ ਦਾ ਕੰਮ ਕਰਦਾ ਹੈ ਨਾ, ਕੋਈ ਠੇਕੇਦਾਰ, ਉਹ ਜਦੋਂ ਵੀ ਕੋਈ ਕੰਸਟਰਕਸ਼ਨ ਕਰੇਗਾ, ਕੋਈ ਬਿਲਡਿੰਗ ਬਣਾਵੇਗਾ, ਉਹਦੇ ਜ਼ਿਹਨ ਵਿੱਚ ਹੋਵੇਗਾ ਵੀ ਮੈਂ ਵੱਧ ਤੋਂ ਵੱਧ ਘਰ ਬਣਾਵਾਂ, ਬਿਲਡਿੰਗਾਂ ਬਣਾਵਾਂ, ਵੇਚਾਂ, ਕਮਾਈ ਕਰਾਂ। ਤੇ ਫਿਰ ਜਿਹੜੀ ਚੀਜ਼ ਵੇਚ ਦੇਣੀ ਹੈ ਮਾਰਕੀਟ ਵਿੱਚ, ਉਹਨੂੰ ਜਦੋਂ ਬਣਾਵੇਗਾ, ਢਾਂਚਾ ਤਿਆਰ ਕਰੇਗਾ, ਤੇ ਚਲੰਤ ਜਿਹਾ ਹੀ ਸਮਾਨ ਲਾ ਦਿੰਦਾ ਵੀ ਚਲੋ ਆਪਾਂ ਸਾਦੀ ਜੀ ਟਾਇਲ ਲਾ ਦਈਏ, ਪੱਥਰ ਲਾ ਦਈਏ, ਰੰਗ ਰੋਗਨ ਕਰਵਾ ਦਈਏ, ਇਹ ਮਕਾਨ ਵੇਚਣਾ ਹੈ। ਤੇ ਕਿਧਰੇ ਉਹਨੇ ਆਪ ਰਹਿਣਾ ਹੋਵੇ, ਤੇ ਜਦੋਂ ਕੋਈ ਘਰ ਬਣਾਵੇਗਾ ਤੇ ਬੜੀ ਰੀਝ ਨਾਲ ਬਣਾਵੇਗਾ, ਚੰਗਾ ਇਟੈਲੀਅਨ ਫਲੋਰ ਲਾ ਲਵੇਗਾ, ਚੰਗਾ ਰੰਗ ਰੋਗਨ ਕਰੇਗਾ, ਚੰਗੇ ਇੰਟੀਰੀਅਰ ਐਕਸਟੀਰੀਅਰ ਡਿਜ਼ਾਈਨਰ ਲਾਵੇਗਾ, ਬਣਾਵੇਗਾ, ਉਸ ਨੂੰ ਸ਼ਿੰਗਾਰੇਗਾ, ਆਪ ਵਾਸਾ ਕਰਨਾ ਹੈ। ਇਉਂ ਸਮਝ ਲਓ ਅਕਾਲ ਪੁਰਖ ਰੰਚਕ ਮਾਤਰ ਸਮੇਂ 'ਚ ਸਾਡੀ ਸਭ ਦੀ ਰਚਨਾ ਕਰਦੇ ਨੇ। ਪਰ ਜਦੋਂ ਉਹਨਾਂ ਨੇ ਆਪਣੀ ਸਮੁੱਚੀ ਅਜ਼ਮਤ ਲੈ ਕੇ ਰੂਹੇ ਜ਼ਮੀਨ ਤੇ ਟਿਕਣਾ ਸੀ, ਉਹਨਾਂ ਨੇ 10 ਮਹੱਲ ਤਿਆਰ ਕੀਤੇ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤਾਈਂ। ਔਰ ਇਹਨਾਂ 'ਚੋਂ ਜਿਹੜੇ ਗੁਰੂ ਰਾਮਦਾਸ ਨੇ, ਉਹਨਾਂ ਬਾਰੇ ਭੱਟ ਸਾਹਿਬ ਕਹਿੰਦੇ ਨੇ, ਸਿਰਜਣਹਾਰ ਪਰਮਾਤਮਾ ਨੇ ਬੜੀ ਰੀਝ ਦੇ ਨਾਲ ਇੱਕ ਸਰੀਰ ਢਾਂਚਾ ਤਿਆਰ ਕੀਤਾ ਔਰ ਉਸ ਨੂੰ ਸਵਾਰਨਾ ਕੀਤਾ ਹੈ, ਸੁੰਦਰ ਬਣਾਉਣਾ ਕੀਤਾ ਹੈ, ਔਰ ਅਖੀਰ ਉਸ ਨੂੰ ਸਾਜ ਸਵਾਰਨ ਤੋਂ ਬਾਅਦ ਆਪ ਧਾਰਨਾ ਕੀਤਾ ਹੈ। ਉਸ ਢਾਂਚੇ ਦਾ ਨਾਂ ਗੁਰੂ ਰਾਮਦਾਸ ਹੈ। ਔਰ ਉਹਦੇ ਵਿੱਚ ਪਰਮਾਤਮਾ ਇੱਦਾਂ ਨਹੀਂ ਟਿਕੇ ਜਿੱਦਾਂ ਸਾਡੇ ਵਿੱਚ ਦੇਵੀ ਦੇਵਤੇ ਰਹਿਬਰਾਂ ਵਿੱਚ ਟਿਕੇ ਨੇ। ਸਾਡੇ ਵਿੱਚ ਕਲਾ ਕੋਈ ਨਹੀਂ, ਦੇਵਤਿਆਂ ਵਿੱਚ ਕਲਾ ਨੇ, ਅਵਤਾਰਾਂ ਵਿੱਚ ਅਜ਼ਮਤਾਂ ਲੈ ਕੇ ਟਿਕਦੇ ਨੇ, ਰਹਿਬਰਾਂ ਵਿੱਚ ਕਰਾਮਾਤਾਂ ਲੈ ਕੇ ਟਿਕਦੇ ਨੇ। ਗੁਰੂ ਪਰਮੇਸ਼ਰ ਇੱਕ ਨੇ, ਔਰ ਗੁਰੂ ਦੇ ਵਿੱਚ ਪਰਮਾਤਮਾ ਆਪਣੀ ਸਮੁੱਚੀ ਅਜ਼ਮਤ ਲੈ ਕੇ ਅਵਤਾਰਾਂ ਰਹਿਬਰਾਂ ਨਾਲੋਂ ਵੱਧ ਕੇ ਕਰਾਮਾਤ ਲੈ ਕੇ ਟਿਕੇ ਨੇ। ਉਹ ਧਿਆਨ ਦਿਓ ਇਹਨਾਂ ਪੰਕਤੀਆਂ ਵੱਲ, ਜਿਹੜੇ ਸਿੱਖ ਸਟੇਜਾਂ 'ਤੇ ਖਲੋ ਕੇ ਜਾਣੇ ਅਣਜਾਣੇ ਵਿੱਚ ਕਹਿ ਦਿੰਦੇ ਨੇ ਸਿੱਖੀ ਵਿੱਚ ਕਰਾਮਾਤ ਨਹੀਂ ਹੈ। ਸਿੱਖੀ ਖਲੋਤੀ ਕਰਾਮਾਤ 'ਤੇ ਹੈ। ਗੁਰੂ ਗ੍ਰੰਥ ਸਾਹਿਬ 'ਤੇ ਕਦੇ ਵੀ ਨਹੀਂ ਕਹਿੰਦੇ ਸਿੱਖੀ 'ਚ ਕਰਾਮਾਤ ਨਹੀਂ ਹੈ। ਜੇ ਕਹਿੰਦੇ ਨੇ ਤਾਂ ਲਿਆਓ ਪੰਕਤੀਆਂ ਕੱਢ ਕੇ, ਗੁੰਮਰਾਹ ਨਾ ਕਰੋ ਲੋਕਾਂ ਨੂੰ। ਗੁਰੂ ਝੋਲੀਆਂ ਭਰਦਾ ਹੈ ਮਨ ਦੀਆਂ ਨਾਮ ਨਾਲ, ਤਨ ਦੀਆਂ ਪਦਾਰਥਾਂ ਨਾਲ। ਗੁਰੂ ਤਨ ਦੇ ਰੋਗ ਦੂਰ ਕਰਦਾ ਹੈ, ਗੁਰੂ ਸੋਗ ਦੂਰ ਕਰਦਾ ਹੈ ਮਨ ਦੇ। ਗੁਰੂ ਪੂਰੀ ਕਰਾਮਾਤ ਦੇ ਸਹਿਤ ਹੈ, ਤਾਂ ਇਹ ਬੋਲ ਬੋਲੇ ਗਏ ਨੇ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਅਕਾਲ ਪੁਰਖ ਪੂਰੀ ਕਰਾਮਾਤ ਦੇ ਸਹਿਤ ਗੁਰੂ ਰਾਮਦਾਸ ਵਿੱਚ ਟਿਕੇ ਹੋਏ ਨੇ। ਅਜ਼ਮਤਾਂ ਦੇ ਉਹ ਸਹਿਤ ਨੇ। ਵਿਦ ਆਲ ਦਾ miraculous powers, all the spiritual powers, the creator, the Lord, he himself is called Guru Ramdas। ਤੇਰੇ ਰੋਗ ਸੋਗ ਦੂਰ ਕਰਨ ਦੁਨੀਆ ਤੇ ਆਇਆ ਹੈ। ਫਿਰ ਉਦੋਂ ਦੇ ਸਿੱਖਾਂ ਨੇ ਕੀ ਮੰਨਿਆ ਗੁਰੂ ਰਾਮਦਾਸ ਨੂੰ? ਅੱਜ ਕੱਲ੍ਹ ਕਈ ਮੂਰਖ ਕਹਿੰਦੇ ਨੇ ਗੁਰੂ ਆਮ ਇਨਸਾਨ ਹੈ। ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ ਜੀ, ਉਹਨਾਂ ਸਮਿਆਂ ਵਿੱਚ ਗੁਰੂ ਰਾਮਦਾਸ ਨੂੰ ਸਿੱਖ ਲੋਕਾਈ ਕਿਸ ਤਰ੍ਹਾਂ ਪੂਜਦੀ ਸੀ? ਕਹਿੰਦੇ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਉਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਕਹਿੰਦੇ ਅਕਾਲ ਪੁਰਖ ਪੁੰਨਾ ਪਾਪਾਂ ਤੋਂ ਜੋ ਪਰੇ ਹੈ, ਉਹਦਾ ਸਰੂਪ ਸਮਝ ਕੇ ਗੁਰੂ ਰਾਮਦਾਸ ਨੂੰ ਸਿੱਖ ਨਮਸਕਾਰ ਕਰਦੇ ਸਨ। ਜੋ ਅਟਲ ਪਦਵੀ ਦੇ ਮਾਲਕ ਨੇ,
ਅਮਰਾ ਪਦ ਦੇ ਮਾਲਕ ਨੇ। ਚੰਮ ਦੀ ਜ਼ੁਬਾਨ ਜਿਹਦਾ ਅੰਤ ਨਹੀਂ ਪਾ ਸਕਦੀ। ਜਿਨ੍ਹਾਂ ਨੇ ਭਾਉ ਪ੍ਰੇਮ ਤੇ ਇਸ ਭਾਵਨਾ ਨਾਲ ਵੀ ਗੁਰੂ ਰਾਮਦਾਸ ਖੁਦਾਇਆ ਨੇ ਉਹਨਾਂ ਦੀ ਸੇਵਾ ਕੀਤੀ। ਸੇ ਤੁਧ ਪਾਰ ਉਤਾਰਿਆ, ਰੋਗਾਂ ਸੋਗਾਂ ਤੋਂ 84 ਲੱਖ ਜੂਨਾਂ ਤੋਂ ਗੁਰੂ ਨੇ ਪਾਰ ਕਰ ਦਿੱਤਾ। ਇਹ ਰੁਤਬਾ ਅਕਾਲ ਪੁਰਖ ਦੇ ਹੁਕਮ ਵਿੱਚ ਗੁਰੂ ਅਮਰਦਾਸ ਨੇ ਬਾਬਾ ਜੇਠਾ ਜੀ ਨੂੰ ਬਖਸ਼ਿਆ। ਕਦੇ ਉਧਰ ਧਿਆਨ ਮਾਰਿਓ ਲਾਹੌਰ ਦੀ ਚੂਨਾ ਮੰਡੀ ਵੱਲ। ਮਾਤਾ ਪਿਤਾ ਨਹੀਂ ਬਾਬੇ ਜੇਠੇ ਦੇ, ਘੁੰਗਣੀਆਂ ਛੋਲੇ ਵੇਚ ਕੇ ਗੁਜ਼ਾਰਾ ਕਰਦੇ ਨੇ। ਨਾਨੀ ਲੈ ਕੇ ਬਾਸਰ ਕੇ ਆ ਗਈ ਨਾਨਕੇ। ਬਾਸਰ ਕੇ ਤੋਂ ਸੰਗਤਾਂ ਚੱਲੀਆਂ ਸਨ ਗੁਰੂ ਅਮਰਦਾਸ ਦੇ ਦਰਸ਼ਨ ਕਰਨ ਗੋਇੰਦਵਾਲ ਸਾਹਿਬ। ਬਾਸਰ ਕੇ ਪਿੰਡ ਸੀ ਗੁਰੂ ਅਮਰਦਾਸ ਜੀ ਦਾ, ਬਾਬਾ ਜੇਠਾ ਜੀ ਦੇ ਨਾਨਕੇ ਸਨ। ਹੁਣ ਬਾਬੇ ਜੇਠੇ ਨੂੰ ਨਾਨੀ ਨਾਲ ਲੈ ਕੇ ਸੰਗਤਾਂ ਦੇ ਗੋਇੰਦਵਾਲ ਆ ਗਈ। ਦੇਖੋ ਅਕਾਲ ਪੁਰਖ ਦਾ ਹੁਕਮ ਐਸਾ ਹੈ, ਜਿੱਥੇ ਜਿੱਥੇ ਦਾਣਾ ਪਾਣੀ ਖਿਲ ਰਿਹਾ ਹੈ ਚੁਗਣ ਜਾਣਾ ਹੀ ਪਵੇਗਾ। ਨਾਨਕ ਹੁਕਮ ਚਲਾਈਐ ਸਾਹਿਬ ਲੱਗੀ, ਰੀਤ ਉਹਦੇ ਹੁਕਮ ਵਿੱਚ ਸਾਨੂੰ ਚੱਲਣਾ ਪੈਂਦਾ ਹੈ। ਸਭ ਰਹਿਬਰ ਦੇਵੀ ਦੇਵਤੇ ਵੀ ਉਹਦੇ ਬਚਨ ਨਾਲ ਬੱਝੇ ਹੋਏ ਨੇ। ਹੁਣ ਬਾਬਾ ਜੇਠਾ ਜੀ ਗੋਇੰਦਵਾਲ ਸਾਹਿਬ ਗਏ, ਗੁਰੂ ਦੇ ਦਰ ਤੇ ਸੇਵਾ ਕਰਦੇ ਨੇ, ਸਿਮਰਨ ਭਜਨ ਕਰਦੇ ਨੇ। ਚਾਹੇ ਉਮਰਾਂ ਛੋਟੀ ਹੈ, ਜਵਾਨੀ ਵੱਲ ਨੂੰ ਵੱਧ ਰਹੇ ਨੇ। ਨਾਨੀ ਵੀ ਅਕਾਲ ਚਲਾਣਾ ਕਰ ਗਈ। ਬਾਣੀ ਦਾ ਫਰਮਾਨ ਹੈ, ਰਹਿਣ ਨਾ ਪਾਵਹਿ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਇੱਥੇ ਨਾ ਸੰਤ ਰਿਹਾ ਨਾ ਸਾਕਤ ਰਿਹਾ, ਸਰੀਰ ਕਰਕੇ ਨਾ ਗੁਰੂ ਪੀਰ ਹੀ ਰਹੇ ਤੇ ਨਾ ਅਵਤਾਰ ਹੀ ਰਹੇ। ਨਾਮ ਕਰਕੇ ਸਾਧੂ ਜ਼ਰੂਰ ਰਹਿੰਦੇ ਨੇ। ਮਹਾਰਾਜ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਚਰਨਾਂ ਨਾਲ ਜੁੜੇ ਬਾਬਾ ਜੇਠਾ ਜੀ, ਸੇਵਾ ਕੀਤੀ ਦਿਨ ਰਾਤ। ਗੁਰੂ ਸਾਹਿਬ ਦੇ ਘਰ ਜਿਹੜੀ ਅੰਸ਼ ਹੈ ਨਾ, 2 ਸਾਹਿਬਜ਼ਾਦੇ ਤੇ 2 ਸਪੁੱਤਰੀਆਂ ਨੇ। ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ, ਇੱਕ ਬੀਬੀ ਦਾਨੀ ਜੀ ਤੇ ਇੱਕ ਬੀਬੀ ਭਾਨੀ ਜੀ। ਹੁਣ ਬੀਬੀ ਦਾਨੀ ਜੀ ਭਾਈ ਰਾਮੇ ਨਾਲ ਵਿਆਹੇ ਨੇ। ਬੀਬੀ ਭਾਨੀ ਜੀ ਦੀ ਵਿਆਹੁਣ ਦੀ ਉਮਰ ਹੈ। ਇੱਕ ਦਿਨ ਗੁਰੂ ਅਮਰਦਾਸ ਸਿੱਖ ਸੰਗਤਾਂ ਤੋਂ ਸੇਵਾ ਕਰਵਾਉਂਦੇ ਪਏ ਨੇ। ਪਰਿਵਾਰ ਦੇ ਦਾਨੇ ਪ੍ਰਦਾਨੇ ਲੋਕਾਂ ਨੇ ਬੇਨਤੀ ਕੀਤੀ, ਮਹਾਰਾਜ ਬੀਬੀ ਭਾਨੀ ਜੀ ਵਿਆਹੁਣ ਯੋਗ ਹੋ ਗਏ ਨੇ, ਜਵਾਨੀ ਵਿੱਚ ਨੇ, ਇਹਨਾਂ ਲਈ ਵਰ ਚਾਹੀਦਾ ਹੈ ਤੇ ਵਰ ਇਸ ਬੱਚੇ ਵਰਗਾ ਹੋਵੇ ਜੋ ਸਾਹਮਣੇ ਸੇਵਾ ਕਰ ਰਿਹਾ ਹੈ। ਇਹ ਤੁਹਾਡੇ ਬਚਨ ਵਿੱਚ ਰਹਿੰਦਾ ਹੈ, ਬੜਾ ਲਾਇਕ ਹੈ। ਗੁਰੂ ਅਮਰਦਾਸ ਦੇ ਗਲੂਏ ਮੁਬਾਰਕ ਤੋਂ ਨਿਕਲਿਆ ਬਾਬੇ ਜੇਠੇ ਵੱਲ ਵੇਖ ਕੇ ਵੀ ਇਹਦੇ ਵਰਗਾ ਤੇ ਫਿਰ ਇਹੀ ਹੈ। ਕਦੇ ਪੰਥ ਪ੍ਰਕਾਸ਼ ਨੂੰ ਪੜ੍ਹਿਓ, ਕਹਿਓ ਯਾਹੇ ਸਮ ਇਹੀ ਹੈ, ਔਰ ਨਹੀਂ ਜੰਗ ਕੋਏ ਸ਼ਗਨ ਸ਼ਗਾਈ ਦੇ ਤਬੈ, ਪੁੰਨ ਵਿਵਾਹ ਦੀਏ ਸੋਏ। ਸ਼ਗਨ ਲਾਇਆ ਬਾਬੇ ਜੇਠੇ ਨੂੰ, ਵਿਆਹ ਕਰ ਦਿੱਤਾ ਬੀਬੀ ਭਾਨੀ ਜੀ ਦਾ ਬਾਬੇ ਜੇਠੇ ਦੇ ਨਾਲ। ਹੁਣ ਬਾਬਾ ਜੇਠਾ ਜੀ ਗੁਰੂ ਅਮਰਦਾਸ ਪਾਤਸ਼ਾਹ ਦੇ ਦਾਮਾਦ ਨੇ, ਪਾਸ ਰਹਿੰਦੇ ਨੇ। ਭੱਲਿਆਂ ਦਾ ਨਾਤਾ ਸੋਢੀਆਂ ਨਾਲ ਜੁੜ ਗਿਆ, ਪਰ ਇਹ ਸੰਸਾਰੀ ਰਿਸ਼ਤੇ ਨਾਲੋਂ ਵੀ ਮਹਾਨ ਗੁਰੂ ਚੇਲੇ ਦਾ ਨਾਤਾ ਸੀ, ਅਧਿਆਤਮਕ ਰਿਸ਼ਤਾ ਸੀ। ਬਾਣੀ ਕਹਿੰਦੀ ਹੈ, ਤਿਉਂ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਗੁਰੂ ਦਾ ਸਿੱਖ ਨਾਲ ਇੰਨਾ ਪਿਆਰ ਹੈ। ਅੱਗੇ ਉਦਾਹਰਣ ਦਿੰਦੀ ਹੈ ਬਾਣੀ, ਜਿਉਂ ਜਨਨੀ ਸੁਤ ਜਨ ਪਾਲਤੀ ਰਾਖੈ ਨਦਰ ਮਝਾਰ, ਅੰਤਰ ਬਾਹਰ ਮੁਖ ਦੇ ਗਿਰਾਸ ਖਿਨ ਖਿਨ ਪੋਚਾਰ। ਜਿਵੇਂ ਮਾਂ ਬੱਚੇ ਨਾਲ ਤੇ ਕਰਦੀ ਹੈ, ਗੁਰੂ ਸਿੱਖ ਨਾਲ ਇੱਦਾਂ ਤੇ ਕਰਦਾ ਹੈ। ਖੈਰ, ਇਹ ਮਹਾਨ ਗੁਰੂ ਸੇਵਕ ਦਾ ਰਿਸ਼ਤਾ ਜੁੜਿਆ। ਬੀਬੀ ਭਾਨੀ ਜੀ ਪਿਤਾ ਦੀ ਬੜੀ ਸੇਵਾ ਕਰਦੇ ਸਨ। ਗੁਰੂ ਪਾਤਸ਼ਾਹ ਦੀ ਸੇਵਾ ਕਰਕੇ ਬੜੀਆਂ ਅਸੀਸਾਂ ਲਈਆਂ। ਹੁਣ ਨਾਲ ਬਾਬਾ ਜੇਠਾ ਜੀ ਵੀ ਸੇਵਾ ਵਿੱਚ ਲੱਗ ਗਏ। ਲੋਕ ਲੱਜ ਛੱਡ ਦਿੱਤੀ ਵੀ ਮੈਂ ਇਹਨਾਂ ਦਾ ਦਾਮਾਦ ਹਾਂ। ਜਿਹੜਾ ਸੇਵਾ ਕਰੇਗਾ ਨਾ, ਮਹਾਰਾਜ ਕਹਿੰਦੇ ਸਤਿਗੁਰੂ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ
ਪੁਜਾਵਣਿਆ ਉਹਨੂੰ ਸਦਾ ਹੀ ਸੁੱਖ ਹੈ, ਉਹਦੀ ਹਰ ਇੱਛਾ ਪੂਰੀ ਹੋਵੇਗੀ। ਗੁਰੂ ਅਮਰਦਾਸ ਪਾਤਸ਼ਾਹ ਨੇ ਸਰੀਰ ਬਿਰਧ ਹੋਇਆ ਜਾਣ ਕੇ ਸੱਚ ਦੇ ਪ੍ਰਚਾਰ ਪ੍ਰਸਾਰ ਲਈ ਅਕਾਲ ਪੁਰਖ ਨਾਨਕ ਨਿਰੰਕਾਰੀ ਦੀ ਅਗੰਮੀ ਜੋਤ ਟਿਕਾਉਣ ਲਈ ਸਰੀਰ ਦੀ ਖੋਜ ਸ਼ੁਰੂ ਕੀਤੀ ਹੈ। ਅਯੋਗ ਪੁਰਸ਼ ਨੂੰ ਤਖਤ ਬਖਸ਼ਣਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਇਹ ਪਰੰਪਰਾ ਸੀ। ਅਕਾਲ ਪੁਰਖ ਦੇ ਹੁਕਮ ਦੇ ਵਿੱਚ ਇੱਕ ਕਸਵੱਟੀ ਰੱਖੀ ਸੀ ਇਸ ਤਖਤ ਤੇ ਬਿਠਾਉਣ ਦੀ, ਉਹ ਸੀ ਸੇਵਾ, ਸਿਮਰਨ, ਭਗਤੀ, ਬੰਦਗੀ, ਨਿਮਰਤਾ, ਦਇਆ, ਸਤ, ਸੰਤੋਖ, ਖਿਮਾ। ਇਹ ਗੁਣ ਜਿਹਦੇ ਵਿੱਚ ਲਬਾਲਬ ਭਰੇ ਹੁੰਦੇ ਸਨ, ਉਹਨਾਂ ਨੂੰ ਇਸ ਤਖਤ ਤੇ ਬੈਠਣ ਦਾ ਮਾਣ ਮਿਲਦਾ ਸੀ। ਇਹ ਹੁਕਮ ਅਕਾਲ ਪੁਰਖ ਦਾ ਹੈ। ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੀ ਧੁਰਹੋ ਹੁਕਮ ਬੁੱਝ, ਨਿਸ਼ਾਨ ਅਕਾਲ ਪੁਰਖ ਦਾ ਹੁਕਮ ਧਾਰ ਕੇ ਗੁਰਾਂ ਨੇ ਅਗਾਂਹ ਗੁਰਾਂ ਨੂੰ ਵਡਿਆਈ ਦੇਣੀ ਹੁੰਦੀ ਸੀ। ਹੁਣ ਸਿੱਖਾਂ ਇੱਕ ਦਿਨ ਪੁੱਛਿਆ, ਮਹਾਰਾਜ ਕਿਸ ਨੂੰ ਗੁਰਤਾ ਗੱਦੀ ਦਿਓਗੇ? ਭਾਈ ਰਾਮਾ ਬੜੀ ਸੇਵਾ ਕਰਦਾ ਹੈ, ਭਾਈ ਜੇਠਾ ਬੜੀ ਸੇਵਾ ਕਰਦਾ ਹੈ, ਤੁਹਾਡੇ ਫਰਜ਼ੰਦ ਬੜੀ ਸੇਵਾ ਕਰਦੇ ਨੇ। ਹੁਣ ਮਹਾਰਾਜ ਨਿਰਮਾਣਤਾ, ਹੁਕਮ ਬੁੱਝਣ ਵਾਲੀ ਬਿਰਤੀ, ਸੇਵਾ ਸਿਮਰਨ, ਇਹ ਪਰਖਣ ਦੇ ਲਈ ਕੁਝ ਇਮਤਿਹਾਨ ਲੈਂਦੇ ਨੇ। ਮਹਾਰਾਜ ਨੇ ਆਵਾਜ਼ ਦਿੱਤੀ ਬਾਬਾ ਜੇਠਾ ਜੀ ਤੇ ਬਾਬਾ ਰਾਮਾ ਜੀ ਨੂੰ, ਪਰਖਣ ਹਿਤ ਸ਼੍ਰੀ ਸਤਿਗੁਰ ਪੂਰੇ ਜੁਗਲ ਹਕਾਰਨ ਕਰੇ ਹਦੂਰੇ। ਦੋਵੇਂ ਦਾਮਾਦਾਂ ਨੂੰ ਸੱਦਿਆ ਮਹਾਰਾਜ ਨੇ, ਕਹਿੰਦੇ ਇਹਾਂ ਹਮਾਰੇ ਬੈਠਨ ਕਾਰਨ ਰੁਚਰ ਵੇਦ ਕਾ ਕਰੋ ਸੁਧਾਰਨ। ਸੂਰਜ ਪ੍ਰਕਾਸ਼ ਦੇ ਵੀ ਬੋਲ ਨੇ, ਇੱਥੇ ਸਾਡੇ ਬੈਠਣ ਲਈ ਥੜਾ ਬਣਾਓ ਭਾਈ ਰਾਮਾ ਜੀ, ਤੇ ਤੁਸੀਂ ਬਾਬਾ ਜੇਠਾ ਜੀ ਦੂਜੇ ਪਾਸੇ ਥੜਾ ਬਣਾਓ। ਅਸੀਂ ਬੌਲੀ ਸਾਹਿਬ ਦੀ ਸੇਵਾ ਗੋਇੰਦਵਾਲ ਸਾਹਿਬ ਕਦੇ ਇਸ ਥੜੇ ਤੇ ਬੈਠ ਕੇ ਕਰਵਾਵਾਂਗੇ, ਕਦੇ ਉਸ ਥੜੇ ਤੇ ਬੈਠ ਕੇ ਕਰਵਾਵਾਂਗੇ। ਹੁਕਮ ਵਿੱਚ ਥੜੇ ਬਣਨ ਲੱਗੇ। ਬਾਬਾ ਰਾਮਾ ਜੀ ਨੇ ਮਿਹਨਤ ਮੁਸ਼ੱਕਤ ਨਾਲ ਥੜਾ ਤਿਆਰ ਕੀਤਾ। ਸਾਰੀ ਦਿਹਾੜੀ ਲਾ ਕੇ ਬਾਬਾ ਜੇਠਾ ਜੀ ਨੇ ਚਿਣਾਈ ਕਰਕੇ, ਲਿੰਬਾ ਪੋਚੀ ਕਰਕੇ ਥੜਾ ਤਿਆਰ ਕੀਤਾ। ਗੁਰੂ ਅਮਰਦਾਸ ਆਏ, ਬਾਬਾ ਰਾਮਾ ਜੀ ਦੇ ਸਾਵੇਂ ਹੋ ਕੇ ਆਖਣ ਲੱਗੇ, ਇਹ ਤੋਂ ਨੀਕੀ ਨਹੀਂ ਬਨਾਈ, ਬੈਠਨ ਹੇਤ ਨਾ ਹਮ ਕਹੋ ਭਾਈ। ਭਾਈ ਰਾਮਾ ਜੀ ਸਾਡੇ ਬੈਠਣ ਦੇ ਲਾਇਕ ਥੜਾ ਨਹੀਂ ਬਣਿਆ, ਕੰਧ ਕੁਝ ਟੇਢੀ ਹੈ, ਇਹ ਥੜਾ ਸ਼ੋਭਾ ਨਹੀਂ ਪਾ ਰਿਹਾ, ਇਸ ਨੂੰ ਢਾਓ ਤੇ ਫਿਰ ਬਣਾਓ। ਹੁਣ ਬਾਬਾ ਰਾਮਾ ਜੀ ਦੇ ਮਨ ਤੇ ਚੋਟ ਲੱਗੀ। ਕਹਿੰਦੇ ਮੈਂ ਬੜੀ ਮੁਸ਼ੱਕਤ ਘਾਲੀ, ਮਿਹਨਤ ਕੀਤੀ, ਥੜਾ ਤਿਆਰ ਕੀਤਾ, ਪਤਾ ਨਹੀਂ ਕਿਉਂ ਤੁਹਾਨੂੰ ਪਸੰਦ ਨਹੀਂ ਹੈ, ਥੜੇ ਵਿੱਚ ਦੋਸ਼ ਨਹੀਂ ਹੈ। ਮਹਾਰਾਜ ਦੇ ਹੁਕਮ ਨੂੰ ਮੰਨ ਕੇ ਬਰਦਾਸ਼ਤ ਕਰ ਗਏ ਤੇ ਥੜਾ ਢਾਉਣਾ ਸ਼ੁਰੂ ਕਰ ਦਿੱਤਾ। ਬਾਬਾ ਜੇਠਾ ਵੱਲ ਗੁਰੂ ਅਮਰਦਾਸ ਵਧੇ। ਸ਼੍ਰੀ ਗੁਰੂ ਅਮਰਦਾਸ ਭਿਖ ਕਹਿਓ ਹਮਰਾ ਆਸ਼ੈ ਤੈ ਨਹੀਂ ਲਿਓ। ਬਾਬਾ ਜੇਠਾ ਜੀ ਥੜਾ ਤੁਹਾਡੇ ਤੋਂ ਹੀ ਠੀਕ ਨਹੀਂ ਬਣਿਆ, ਢਾ ਕੇ ਦੁਬਾਰਾ ਬਣਾਓ। ਬਾਬਾ ਜੇਠਾ ਜੀ ਦੇ ਹੱਥ ਜੁੜ ਗਏ। ਕਹਿੰਦੇ ਮਹਾਰਾਜ ਅਵੱਗਿਆ ਹੋਈ ਹੈ ਮੇਰੇ ਕੋਲੋਂ, ਮੈਨੂੰ ਬਖਸ਼ ਦਿਓ, ਮੱਤ ਥੋੜ੍ਹੀ ਹੈ, ਫਿਰ ਸਮਝਾਓ, ਜਿੱਦਾਂ ਦਾ ਚਾਹੁੰਦੇ ਹੋ ਥੜਾ ਬਣਾਵਾਂਗਾ। ਮਹਾਰਾਜ ਦੇ ਹੁਕਮ ਵਿੱਚ ਥੜਾ ਢਾਉਣ ਲੱਗ ਪਏ ਨੇ। ਅਗਲੇ ਦਿਨ ਫਿਰ ਬੜੀ ਮੁਸ਼ੱਕਤ ਘਾਲ ਕੇ ਬਾਬਾ ਰਾਮਾ ਜੀ ਨੇ ਥੜਾ ਬਣਾਇਆ ਏ, ਪਰ ਢੱਠੇ ਮਨ ਦੇ ਨਾਲ। ਗੁਰੂ ਅਮਰਦਾਸ ਪਾਤਸ਼ਾਹ ਆਏ, ਆ ਕੇ ਭਾਈ ਰਾਮਾ ਜੀ ਨੂੰ ਆਖਣ ਲੱਗੇ, ਕਹਿਓ ਤਾਹੇ ਇਹ ਕਰੀ ਨਾ ਆਛੀ, ਤਥਾ ਬਨੀ ਨਾ ਜਥਾ ਹਮ ਬਾਂਛੀ। ਰਾਮਾ ਜੀ ਕੱਲ ਵਰਗਾ ਹੀ ਥੜਾ ਬਣਾ ਦਿੱਤਾ ਜੇ, ਤੁਹਾਡੇ ਕੋਲੋਂ ਸੁਧਾਰ ਨਹੀਂ ਹੋਇਆ, ਬਿਨਾ ਅਕਲ ਲਾਏ ਮਿਹਨਤ ਅਜਾਈ ਤੁਸੀਂ ਗਵਾ ਲਈ, ਅਕਲਮੰਦੀ ਨਾਲ ਥੜਾ ਬਣਾਓ, ਥੜਾ ਢਾ ਦਿਓ। ਬਾਬਾ ਰਾਮਾ ਜੀ ਗਿਲਾ ਕਰਦੇ ਹੋਏ ਕਹਿੰਦੇ ਮਹਾਰਾਜ ਬੜਾ ਸੁੰਦਰ ਥੜਾ ਹੈ, ਬੈਠਣ ਯੋਗ ਥੜਾ ਹੈ, ਮੈਂ ਕਿਵੇਂ ਢਾ ਦੇਵਾਂ, ਮੈਂ ਬੜੀ ਮੁਸ਼ੱਕਤ ਘਾਲੀ ਹੈ। ਖੈਰ ਗੁਰਾਂ ਦਾ ਹੁਕਮ ਸੀ,
बड़ी मुश्किल दे नाल मन नूं तैयार कीता। मन इनकारी है पर संगतां वेंदियां ने, बचन मनना पै गया। बाबा जेठा जी वल गुरु अमरदास वधे, एह तो नीकी नहीं बनाई, बैठबे कारण हमू नह भाई। बाबा जेठा जी तुहाडे कोलों भी ये जिहड़ा थड़ा है साडे बैठने लायक नहीं बनिया, लगदा कन्नां नाल साडी गल नहीं सुनी, तुसीं साडे बचन वल ध्यान नहीं दिता, लकीर मारी। हुण इदां सुधार के थड़ा बनाउणा है। हुक्म विच थड़ा ढाउण लगे बाबा जेठा जी, पर मन अज भी निर्माण है। अज भी यही बचन गलूए चों निकले, पातशाह मत थोड़ी है, भुल जांदा हां, तुसीं समझाउंदे हो, तुसीं मेरी गलती नूं नज़र अंदाज कर दिंदे हो। मैं फिर कोशिश करदा हाँ, जैसा लोड़िंदा है थड़ा बनाउंदा हाँ। महाराज गुरु अमरदास पातशाह आसन ते चले गए। तीसरे दिन थड़े तैयार कीते। बड़ी मुशक्कत घाली बाबा रामा जी ने, बड़ी मेहनत की, सुधार के बनतर चंगी बना के थड़ा तैयार किया। महाराज बाबा अमरदास आके कहिंदे, कहो बाक भो रामे तोहे, करियो नहीं जिम भाख्यो मोहे। रामा जी जैसा थड़ा असीं तुहाडे पासों बनवाउणा चाहुंदे हां, वो तुहाडे कोलों नहीं बनिया, तुहानूं साडा बचन समझ ना आया, असीं इस थड़े ते नहीं बैठ सकदे, इनूं ढा दिओ। बाबा रामा जी कहंदे, महाराज बड़ी मेहनत लाई है, बड़ी मुशक्कत घाली है, मेरा कोई कसूर नहीं है, जैसा थड़ा तुसी चाहुंदे हो वैसा ही बनिया है। करत विचार सो निश्चय ठाना, इनको बहु शरीर बिरदाना। आखण लगे विचार करके, महाराज असल विच तुसी हो गए हो बिरध बजुर्ग, जो कहिंदे हो तुहानूं आप नूं ही भुल जांदा है, मेरी इहदे विच कोई गलती नहीं, ते हुण मैं थड़ा नहीं जे ढा के बनाउणा। महाराज गंभीर हो गए। सुरतियां बिरतियां बख्शण वाले गुरु अमरदास नूं कहंदे, तुसी भुल गए हो। बाणी कहंदी आदम दी जात भुल सकदी है, हर बंदा भुल्लणहार है, जे नहीं भुलदा ते वह है अकाल पुरख ते उहदे सरगुण स्वरूप गुरु पातशाह। भुल्लण अंदर सब को अभुल गुरु करतार। द गुरु एंड द क्रिएटर इज इनफॉलेबल। गुरु अते खुदाया ये किधरे भी गलती नहीं करते, बंदा गलतियां दा पुतला है। गंभीर होए पातशाह बाबा जेठा जी वल वधे, जिम कह गए बनी तिम नाही, शर्म बाद कीनस न आई। बाबा जेठा जी फजूल ही मेहनत की, किसे कारे ना आई, जैसा थड़ा चाया वैसा तुहाडे को भी नहीं बनिया, ढा दिओ नवा बनाओ। चरण फड़ ले बाबा जेठा जी ने। हों अजान नित भूलन हारो, तुम कृपाल निज बिरद संभारो। बारंबार बख्शत है मोही, अपराधी अर मूर्ख को ही। ऐ दीन दुनिया दे मालक गुरु अमरदास पातशाह, थड़ा मेथों ठीक नहीं बनिया। इहदा कारण यह है तुहाडी अजमत बड़ी बुलंद है। तुसीं वार वार मैनू भुल्लण हारे नूं समझाउंदे हो, पर मेरी सुरत एडी उच्ची नहीं भी तुहाडे बचन नूं पकड़ सके। जैसा तुसीं थड़ा चाहुंदे हो मैं खुद नहीं बना सकदा, सिर ते हथ रख के आप ही बनवा लो तुसीं। जदों निर्माणता वेखी, शरदा वेखी, दया वेखी, खिमा वेखी, अदब वेखिया, ये गुणां दे सहित जाणिया बाबे जेठे नूं गुरु अमरदास दे गलूए मुबारक तो बोल निकले। गलवकड़ी विच लैके बाबे जेठे नूं कहिंदे, थड़ा ते ठीक ही बनिया है, पर असीं इस मिट्टी दे थड़े ते थोड़ा बैठना है। तुहाडे हिरदे दे विच, तुहाडे अंतःकरण दे विच, तुहाडे जहन दे विच प्रेम भावना, शरदा, दया, खिमा, निर्माणता,
ਬ੍ਰਹਮ ਦੇ ਗਿਆਨ ਦਾ ਥੜਾ ਅਸੀਂ ਲੋਚਦੇ ਸੀ ਵੀ ਬਣ ਜਾਵੇ, ਅੱਜ ਉਹ ਬਣਿਆ ਜਾਣਿਆ ਹੈ। ਅੱਜ ਤੋਂ ਬਾਬਾ ਅਮਰਦਾਸ ਆਪਣੀ ਅਗੰਮੀ ਜੋਤ ਨੂੰ ਤੁਹਾਡੇ ਅੰਤਹਿਕਰਨ ਦੀ ਸੇਜਾ ਤੇ ਥੜੇ ਤੇ ਟਿਕਾ ਰਿਹਾ ਹੈ। ਇਹਨੂੰ ਬਾਣੀ ਨੇ ਕੀ ਕਿਹਾ ਹੈ? ਜਬ ਅੰਤਰ ਪ੍ਰੀਤ ਹਰ ਸਿਉ ਬਨ ਆਈ, ਤਬ ਜੋ ਕਿਛ ਕਰੈ ਸੋ ਮੇਰੇ ਹਰ ਪ੍ਰਭ ਭਾਈ। ਦੇਖੋ, ਸੇਵਾ ਕਰਨੀ, ਸਿਮਰਨ ਕਰਨਾ ਅਜਾਈ ਨਹੀਂ ਜਾਂਦਾ, ਸਫਲਾ ਹੈ। ਪਰ ਜਿਹਦੇ ਅੰਦਰ ਪ੍ਰੇਮ ਭਾਵਨਾ ਗੁਰੂ ਦੇ ਪ੍ਰਤੀ ਵੱਧ ਕੇ ਹੋਵੇਗੀ ਨਾ, ਉਹਨੂੰ ਫਲ ਵੀ ਵੱਧ ਮਿਲੇਗਾ। ਬਾਬਾ ਰਾਮਾ ਜੀ ਸੇਵਾ ਸਿਮਰਨ ਕਰਦੇ ਸਨ, ਪਰ ਭਾਵਨਾ ਓਨੀ ਪ੍ਰਪੱਕ ਨਹੀਂ ਜਿੰਨੀ ਬਾਬਾ ਜੇਠਾ ਜੀ ਦੇ ਅੰਦਰ ਗੁਰੂ ਨਾਨਕ ਦੇ ਤਖਤ ਲਈ ਸੀ। ਹੁਕਮ ਵਿੱਚ ਜਿਵੇਂ ਗੁਰਾਂ ਨੇ ਕਿਹਾ ਉਹ ਚੱਲੇ ਨੇ। ਇਹਨੂੰ ਬਾਣੀ ਨੇ ਕਿਹਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰੂ ਨਾਨਕ ਦੇ ਤਖਤ ਦੇ ਵਾਰਸ ਬਾਬਾ ਜੇਠਾ ਜੀ ਬਣੇ, ਨਾਮ ਪੈ ਗਿਆ ਗੁਰੂ ਰਾਮਦਾਸ। ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਰਾਮਦਾਸ ਨੂੰ ਗੁਰੂ ਨਾਨਕ ਦੇ ਤਖਤ ਤੇ ਬਿਠਾ ਦਿੱਤਾ। ਇਹਨੂੰ ਬਾਣੀ ਕਹਿੰਦੀ, ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖ ਜਨ ਕੀਓ। ਪ੍ਰਗਾਸ ਮਨੁੱਖਤਾ ਨੂੰ ਤਾਰਨ ਲਈ ਅਕਾਲ ਪੁਰਖ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਕਾਸ਼ਵਾਨ ਹੋਏ। ਉਸੇ ਗੁਰੂ ਨਾਨਕ ਦੀ ਅਗੰਮੀ ਜੋਤ ਅੱਜ ਬਾਬਾ ਜੇਠਾ ਵਿੱਚ ਟਿਕੀ ਤੇ ਉਹ ਬਣ ਗਏ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਅੰਮ੍ਰਿਤ ਦਾ ਸਰੋਵਰ ਬਣਾਇਆ ਗੁਰੂ ਅਮਰਦਾਸ ਜੀ ਦੇ ਹੁਕਮ ਵਿੱਚ। ਉਸ ਨਗਰ ਦਾ ਨਾਮ ਰੱਖਿਆ ਗੁਰੂ ਕਾ ਚੱਕ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਬਦਲ ਕੇ ਕਰ ਦਿੱਤਾ ਰਾਮਦਾਸਪੁਰ। ਅੱਜ ਅੰਮ੍ਰਿਤ ਸਰੋਵਰ ਕਰਕੇ ਉਸ ਨਗਰ ਦਾ ਨਾਮ ਹੈ ਸ਼੍ਰੀ ਅੰਮ੍ਰਿਤਸਰ। ਔਰ ਉਸ ਪਾਵਨ ਅਸਥਾਨ ਬਾਰੇ ਬਾਣੀ ਕਹਿੰਦੀ ਹੈ, ਜੋ ਗੁਰੂ ਰਾਮਦਾਸ ਦਾ ਗੁਰੂ ਅਰਜਨ ਦਾ ਬਣਾਇਆ ਹੈ, ਡਿਠੈ ਸਭੈ ਥਾਵ ਨਹੀਂ ਤੁਧ, ਜਿਹਿਆ ਬੱਧੋ ਪੁਰਖ ਵਿਧਾਤੇ ਤਾਂ ਤੂੰ, ਸੋਹਿਆ ਵਸਦੀ ਸਗਨ ਅਪਾਰ। ਅਨੂਪ ਰਾਮਦਾਸਪੁਰ ਹਰਹਾ ਨਾਨਕ ਕਸਮਲ ਜਾਹੇ, ਨਾਇਐ ਰਾਮ ਦਾਸ ਸਰ। ਜਿਹੜਾ ਵੀ ਗੁਰੂ ਰਾਮਦਾਸ ਦੇ ਪਾਵਨ ਸਰੋਵਰ ਵਿੱਚ ਤਨ ਦਾ ਇਸ਼ਨਾਨ ਕਰਾਵੇਗਾ, ਜਿਹੜਾ ਵੀ ਹਰਿਮੰਦਰ ਸਾਹਿਬ ਜਾ ਕੇ ਮਨ ਦਾ ਇਸ਼ਨਾਨ ਬਾਣੀ ਵਿੱਚ ਕਰਵਾਵੇਗਾ, ਉਹਦੇ ਤਨ ਦੇ ਰੋਗ ਤੇ ਮਨ ਦੇ ਸੋਗ ਮਿਟ ਜਾਣਗੇ। ਆਖਣ ਲੱਗੇ, ਹਰਿਮੰਦਰ ਸਾਹਿਬ ਵਰਗਾ ਕੋਈ ਸਥਾਨ ਨਹੀਂ ਹੈ। ਜਿਤਨੇ ਗੁਰਧਾਮ ਤੀਰਥ ਨੇ ਇਹ ਮਹਾਂਪੁਰਸ਼ਾਂ ਸੰਗਤਾਂ ਦੇ ਬਣਾਏ ਹੁੰਦੇ ਨੇ। ਹਰਿਮੰਦਰ ਸਾਹਿਬ ਦੀ ਮਹਾਨਤਾ ਸਭ ਧਾਰਮਿਕ ਸਥਾਨਾਂ ਗੁਰਧਾਮਾਂ ਨਾਲੋਂ ਵੱਧ ਕੇ, ਤੀਰਥਾਂ ਨਾਲੋਂ ਵੱਧ ਕੇ ਇਸ ਲਈ ਹੈ, ਦਾ ਪ੍ਰਾਈਮਲ ਬੀਇੰਗ, the architect of the destiny, he himself established the ਹਰਮੰਦਰ ਸਾਹਿਬ। ਉਹਨੇ ਆਪ ਹਰਮੰਦਰ ਸਾਹਿਬ ਰਚਿਆ। ਕਿਹਦੇ ਰੂਪ ਵਿੱਚ? ਇਨ ਦ ਫਾਰਮ ਆਫ ਗੁਰੂ ਅਰਜਨ, ਗੁਰੂ ਰਾਮਦਾਸ। ਗੁਰੂ ਅਰਜਨ ਗੁਰੂ ਰਾਮਦਾਸ ਬਣ ਕੇ ਆਪ ਹਰਮੰਦਰ ਸਾਹਿਬ ਰਚਨਾ ਕੀਤਾ। ਔਰ ਪੁੱਛੋ ਮਹਾਰਾਜ, ਕੀ ਰੋਗ ਸੋਗ ਹਰਮੰਦਰ ਸਾਹਿਬ ਇਸ਼ਨਾਨ ਕੀਤਿਆਂ ਹਟਣਗੇ? ਤਨ ਦਾ ਇਸ਼ਨਾਨ ਸਰੋਵਰ ਕਰਵਾਈਏ, ਮਨ ਦਾ ਇਸ਼ਨਾਨ ਬਾਣੀ ਵਿੱਚ ਕਰਵਾਈਏ। ਤੇ ਇਹ ਵੀ ਟੀਕਾਕਾਰ ਬੜੇ ਬੜੇ ਪ੍ਰੋਫੈਸਰ ਇੰਗਲਿਸ਼ ਦੇ ਅਰਥ ਕਰਦੇ ਨੇ, by bathing in the sacred pool of Guru Ramdas, your all sins will be washed away। ਤੇਰੇ ਸਾਰੇ ਹੀ ਪਾਪ ਮਿਟ ਜਾਣਗੇ ਜੇ ਉੱਥੇ ਇਸ਼ਨਾਨ ਕਰੇਗਾ। ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ। ਐ ਗੁਰੂ ਰਾਮਦਾਸ ਤੂੰ ਬਾਬੇ ਜੇਠੇ ਤੋਂ ਗੁਰੂ ਨਾਨਕ ਦੇ ਤਖਤ ਦਾ ਚੌਥਾ ਵਾਰਸ ਗੁਰੂ ਰਾਮਦਾਸ ਹੋ ਨਿਬੜਿਆ। ਜਿਹੜਾ ਵੀ ਤੇਰੇ ਅੱਗੇ ਸਿਰ ਝੁਕਾਵੇਗਾ, ਜਿਹੜਾ ਵੀ ਤੇਰੇ ਅੱਗੇ ਸਿਜਦਾ ਕਰੇਗਾ, ਉਹਦੀ ਵੀ ਤੇਰੇ ਵਾਂਗੂ ਜੈ ਜੈਕਾਰ ਹੋ ਜਾਵੇਗੀ। ਤੇਰੇ ਵਰਗਾ ਕਿਸੇ ਦਾ ਮਰਾਤਬਾ ਨਹੀਂ ਹੈ, ਰੁਤਬਾ ਨਹੀਂ ਹੈ। ਬਾਣੀ ਕਹਿੰਦੀ ਹੈ, ਸਤਿਗੁਰ ਗੁਰ ਸੇਵ ਅਲਖਗਤ ਜਾਂ ਕੀ, ਸ਼੍ਰੀ ਰਾਮਦਾਸ ਤਾਰਨ ਤਰਣੰ। ਉਹ ਸਭ ਨੂੰ ਤਾਰਨ ਵਾਲੇ ਪਾਤਸ਼ਾਹ ਗੁਰੂ ਰਾਮਦਾਸ ਨੇ। ਜਿਹੜਾ ਉਹਨਾਂ ਦੀ ਸ਼ਰਨ ਆਵੇਗਾ, ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਣ ਭਰਣੰ।
ਉਹ ਖਾਲੀ ਭਾਂਡੇ ਵੀ ਭਰ ਜਾਣਗੇ। ਤਨ ਦਾ ਭਾਂਡਾ ਪਦਾਰਥਾਂ ਨਾਲ ਤੇ ਮਨ ਦਾ ਭਾਂਡਾ ਨਾਮ ਦੇ ਨਾਲ ਭਰ ਜਾਵੇਗਾ। ਐਸੇ ਗੁਰੂ ਰਾਮਦਾਸ ਅਮਰਾ ਪਦ ਦੇ ਮਾਲਕ ਨੇ। ਗੁਰੂ ਅਮਰਦਾਸ ਦੀ ਕਿਰਪਾ ਨਾਲ ਜਿਨ੍ਹਾਂ ਇਹ ਤਖਤ ਮਾਨਣਾ ਕੀਤਾ, ਜਿਹੜਾ ਵੀ ਗੁਰੂ ਰਾਮਦਾਸ ਦੀ ਸ਼ਰਨ ਜਾਵੇਗਾ, ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੋਆ, ਉਹ ਵੀ ਦੁਨੀਆ ਤੇ ਅਮਰਾ ਪਦ ਪਾਵੇਗਾ। ਉਹ ਵੀ ਬਾਬਾ ਬੁੱਢਾ ਜੀ ਵਾਂਗੂ ਮਹਾਂਪੁਰਸ਼ ਹੋ ਨਿਬੜੇਗਾ, ਉਹਦਾ ਵੀ ਦੁਨੀਆ ਜਸ ਕਰੇਗੀ। ਆਓ ਗੁਰੂ ਗ੍ਰੰਥ ਸਾਹਿਬ ਨਾਲ, ਗੁਰੂ ਹਰਕ੍ਰਿਸ਼ਨ ਗੁਰੂ ਰਾਮਦਾਸ ਨਾਲ ਜੁੜੀਏ, ਕਿਉਂਕਿ ਗੁਰੂ ਸ਼ਬਦਾ ਅਵਤਾਰ ਦਾ ਰੂਪ ਹੋ ਕੇ ਸਾਡੇ 'ਚ ਪ੍ਰਗਟ ਨੇ। ਨਿਰਗੁਣ ਵੀ ਆਪ ਨੇ, ਸਰਗੁਣ ਵੀ ਆਪ ਨੇ, ਤੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਵੀ ਉਹ ਆਪ ਨੇ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ। ਖੁਦ ਖੁਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।